ਅੰਤੇ ਮਿਲੈ ਗੋਪਾਲ। ਹਰ ਹਰ ਨਾਮ ਜਪੰਤਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਸਲੋਕ। ਹਰ ਹਰ ਨਾਮ ਜਪੰਤਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੇ ਗਰੀਬ ਨਵਾਜ ਕਿਹੜੀ ਦਾਤ ਪ੍ਰਾਪਤ ਹੁੰਦੀ ਹੈ। ਜੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ, ਵਾਹਿਗੁਰੂ ਦੇ ਸਿਮਰਨ ਦਾ ਕਿੰਨਾ ਕੁ ਪ੍ਰਤਾਪ ਹੈ, ਕੀ ਦਾਤਾਂ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹਰ ਹਰ ਨਾਮ ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਜੋ ਸਿਮਰਨ ਹੈ, ਪ੍ਰਮਾਤਮਾ ਦਾ ਨਾਮ ਜੋ ਪਾਪ ਕਰਮਾਂ ਦਾ ਹਾਰਕ ਹੈ, ਜੀਵਾਂ ਨੂੰ ਹਰੇ ਪਰੇ ਕਰਨ ਵਾਲਾ ਹੈ, ਫਿਰ ਸਰਬ ਸ਼ਕਤੀਮਾਨ ਅਤੇ ਸਰਬ ਵਿਆਪਕ ਪ੍ਰਮਾਤਮਾ ਦਾ ਨਾਮ ਹੈ। ਕਿਤੇ ਵੀ ਕੋਈ ਪਰਮੇਸ਼ਰ ਦਾ ਨਾਮ ਜਪਦਾ, ਉਸੇ ਸਮੇਂ ਤਤਕਾਲ ਉਸ ਜੀਵ ਦੀ ਰੱਖਿਆ ਹੁੰਦੀ ਹੈ, ਉਸ ਨੂੰ ਸਹਾਇਤਾ ਮਿਲ ਜਾਂਦੀ ਹੈ। ਫਿਰ ਨਾਮੀ ਪਰਮਾਤਮਾ ਤੱਕ ਪਹੁੰਚਣ ਵਾਸਤੇ ਕੇਵਲ ਪਰਮੇਸ਼ਰ ਦਾ ਨਾਮ ਹੀ ਸਾਧ ਸੰਗਤ ਜੀ ਇੱਕ ਸਾਧਨ ਹੈ, ਜਿਸ ਦੁਆਰਾ ਨਾਮੀ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ। ਹੋਰ ਕੋਈ ਵੀ ਦੁਨੀਆ ਦਾ ਸਾਧਨ ਅਜਿਹਾ ਨਹੀਂ ਹੈ ਜਿਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕੇ। ਹਰ ਪ੍ਰਕਾਰ ਦਾ ਭੈ ਵੀ ਜੀਵ ਦੇ ਹਿਰਦਿਓਂ ਤਾਂ ਹੀ ਖਤਮ ਹੁੰਦਾ ਜੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਹਜ਼ੂਰ ਨੇ ਉਚਾਰਨ ਕੀਤਾ ਹੈ, ਗੁਰਸਿੱਖੋ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਜੇ ਸ਼ਰਧਾ ਭਾਵਨਾ ਸਹਿਤ ਹੋ ਕਰਕੇ ਕੋਈ ਵੀ ਪ੍ਰਾਣਾਧਾਰੀ ਜੀਵ ਪਰਮੇਸ਼ਰ ਦਾ ਨਾਮ ਜਪਦਾ ਹੈ, ਕਛ ਨਾ ਕਹੈ ਜਮ ਕਾਲ। ਜਿਹੜੇ ਧਰਮ ਰਾਜੇ ਦੇ ਭੇਜੇ ਹੋਏ ਦੂਤ ਹੈ ਨਾ, ਜੀਵ ਨੂੰ ਲੈਣ ਵਾਸਤੇ ਆਉਂਦੇ ਹੈ, ਕਾਲ ਕਰਨ ਵਾਲੇ ਜਿਹੜੇ ਜਮ ਹਨ, ਉਹ ਵੀ ਜੀਵ ਨੂੰ ਕਛ ਨਾ ਕਹੈ, ਕੁਝ ਨਹੀਂ ਕਹਿੰਦੇ। ਮਹਾਰਾਜ ਜੀ ਦੇ ਬਚਨ ਹਨ ਕਿ ਇਹ ਜੀਵ ਵੱਲ ਨਿਗਾਹ ਭਰ ਕੇ ਵੀ ਨਹੀਂ ਦੇਖ ਸਕਦੇ ਜੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਤੇ ਜੀਵ ਦੇ ਵੱਲ ਨਿਗਾਹ ਭਰ ਕੇ ਵੀ ਨਹੀਂ ਦੇਖ ਸਕਦੇ ਇਹ ਜਾਵਾਂ ਜਿਹੜੇ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੇ, ਸਮਾਂ ਆਉਣ ਤੇ ਜੀਵ ਦੇ ਗਲ ਵਿੱਚ ਫਾਹਾ ਪਾ ਕੇ ਲੈ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਇੰਨਾ ਵੱਡਾ ਪ੍ਰਤਾਪ ਹੈ ਪ੍ਰਮਾਤਮਾ ਦੇ ਨਾਮ ਦਾ, ਵਾਹਿਗੁਰੂ ਦੇ ਸਿਮਰਨ ਕਰਨ ਦਾ। ਧਰਮ ਰਾਜਾ ਵੀ ਆਪਣੇ ਦੂਤਾਂ ਨੂੰ ਮਨਾਹੀ ਕਰਦਾ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਹੁ ਦੂਤ। ਐ ਦੂਤੋ ਭੁੱਲ ਕੇ ਵੀ ਕਿਤੇ ਪਰਮੇਸ਼ਰ ਦੇ ਪਿਆਰੇ ਨਾਮ ਜਪਣਿਆਂ ਦੇ ਪਾਸ ਚਲੇ ਨਾ ਜਾਣਾ, ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਜੇ ਚਲੇ ਗਏ ਨਾ ਤੁਸੀਂ ਵੱਧੇ ਛੁੱਟੋਗੇ ਤੇ ਨਾ ਮੇਰਾ ਖਹਿੜਾ ਛੁੱਟਣਾ। ਇਹ ਕਿੰਨਾ ਵੱਡਾ ਪ੍ਰਤਾਪ ਹੈ ਪ੍ਰਮਾਤਮਾ ਦੇ ਸਿਮਰਨ ਦਾ। ਔਰ ਹਜ਼ੂਰ ਕਹਿੰਦੇ ਨੇ, ਕਛ ਨਾ ਕਹੈ ਜਮ ਕਾਲ। ਕਾਲ ਕਰਨ ਵਾਲੇ, ਮੌਤ ਦੀ ਮੂੰਹ ਵਿੱਚ ਪਾਉਣ ਵਾਲੇ ਧਰਮ ਰਾਜੇ ਦੇ ਭੇਜੇ ਹੋਏ ਦੂਤ ਵੀ ਜੀਵ ਨੂੰ ਕੁਝ ਆਖਦੇ ਨਹੀਂ ਹਨ। ਸਾਧ ਸੰਗਤ ਜੀ, ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਪਵਿੱਤਰ ਗੁਰਬਾਣੀ ਹੈ, ਜਾਂ ਆਦਿ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਬਾਣੀ ਹੈ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਵਨਾ ਦੀ ਸਹਿਤ ਸਤਿਗੁਰੂ ਜੀ ਦਾ ਸਰੂਪ ਜਾਣ ਕਰਕੇ ਗੁਰੂ ਕੀ ਬਾਣੀ ਦਾ ਜਾਪ ਕਰਦਾ ਹੈ, ਜੀਵ ਦੇ ਸਾਰੇ ਡਰ ਭੈ ਮਹਾਰਾਜ ਖਤਮ ਕਰ ਦਿੰਦੇ ਹਨ। ਜੇ ਮਨ ਵਿੱਚ ਭਾਵਨਾ ਤੇ ਪਿਆਰ ਹੋਵੇ। ਸਾਧ ਸੰਗਤ ਜੀ, ਪ੍ਰਤੱਖ ਵੀ ਥੋੜਾ ਸਮਾਂ ਪਹਿਲਾਂ ਇੱਕ ਘਟਨਾ ਹੈ। ਜਲੰਧਰ ਦੇ ਰਹਿਣ ਵਾਲੇ ਵਸਨੀਕ ਬੜੇ ਪ੍ਰੇਮੀ ਪਰਿਵਾਰ ਹਨ। ਇਹ ਤੇ ਹਜ਼ੂਰ ਸਾਹਿਬ ਦਰਸ਼ਨਾਂ ਵਾਸਤੇ ਆਉਂਦੇ, ਉਹਨਾਂ ਨੇ ਆਪ ਹੀ ਸਾਧ ਸੰਗਤ ਜੀ ਬਚਨ ਸੁਣਾਇਆ ਸੀ। ਕਹਿੰਦੇ ਕਿ ਸਾਡਾ ਸਾਰਾ ਪਰਿਵਾਰ ਅੰਮ੍ਰਿਤਧਾਰੀ, ਗੁਰਸਿੱਖੀ ਮਹਾਰਾਜ ਜੀ ਦੀ ਧਾਰਨ ਕੀਤੀ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਸਾਰੇ ਪਰਿਵਾਰ ਨੇ। ਕੇਵਲ ਇੱਕ ਬਜ਼ੁਰਗ ਮਾਤਾ ਸੀ ਜਿਸ ਨੇ ਅੰਮ੍ਰਿਤ ਨਹੀਂ ਸੀ ਪਾਨ ਕੀਤਾ। ਕਹਿੰਦੀ ਕਿ ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਮੈਂ ਉੱਦਾਂ ਹੀ ਨਾਮ ਜਪਦੀ ਹਾਂ। ਤੇ ਕਈ ਵਾਰ ਉਹਨੇ ਕਟਾਕਸ਼ ਵੀ ਕਰਨਾ ਕਿ ਤੁਸੀਂ ਹਰ ਸਮੇਂ ਬਾਣੀ ਪੜ੍ਹਦੇ ਰਹਿੰਦੇ ਹੋ, ਬਾਰ-ਬਾਰ ਅਜਿਹਾ ਨਹੀਂ ਕਰਨਾ ਚਾਹੀਦਾ। ਤੇ ਵਡੇਰੀ ਉਮਰ ਹੋ ਗਈ ਸੀ, ਬਿਰਧ ਅਵਸਥਾ ਸੀ, ਤੇ ਵਿਸ਼ਰਾਮ ਕਰਦਿਆਂ ਹੋਏ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਪਈ। ਆਪਣੇ ਪੁੱਤਰ ਨੂੰ ਆਵਾਜ਼ ਮਾਰੀ
ਕਿ ਧਰਮ ਰਾਜੇ ਆ ਜਿਹੜੇ ਜਾਮੇ ਆ ਨਾ, ਬੜੇ ਬੜੇ ਭਿਆਨਕ ਜਾਮੇ, ਕਿੱਡੇ ਕਿੱਡੇ ਵੱਡੇ ਇਹਨਾਂ ਦੇ ਸਿੰਗ ਆ, ਕਿੱਡੇ ਵੱਡੇ ਦੰਦ ਆ, ਬੜੇ ਡਰਾਵਣੇ ਰੂਪ ਹਨ, ਤੇ ਮੈਨੂੰ ਫੜਨ ਵਾਸਤੇ ਆਏ ਆ, ਮੈਨੂੰ ਬਚਾ ਲਓ। ਕਿ ਮੈਨੂੰ ਬਾਰ-ਬਾਰ ਡਰਾ ਰਹੇ ਹਨ, ਬੜੇ ਇਹਨਾਂ ਦੇ ਡਰਾਉਣੇ ਜੇ ਭਿਆਨਕ ਜੇ ਰੂਪ ਹੈ, ਤੇ ਇਹਨਾਂ ਤੋਂ ਮੈਨੂੰ ਬਚਾ ਲਓ। ਤੇ ਸਾਧ ਸੰਗਤ ਜੀ, ਉਹ ਗੁਰਬਾਣੀ ਦੇ ਨਾਲ ਪਿਆਰ ਕਰਨ ਵਾਲਾ ਸਾਰਾ ਪਰਿਵਾਰ ਸੀ। ਫਿਰ ਉਹ ਮਾਤਾ ਦੇ ਪੁੱਤਰ ਨੇ ਉੱਚੀ 24 ਸਹਿਮ ਗੁਰਬਾਣੀ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ, ਉੱਚੀ ਆਵਾਜ਼ ਦੇ ਵਿੱਚ। ਜਦੋਂ ਕੰਨੀ ਆਵਾਜ਼ ਪਈ ਨਾ ਗੁਰਬਾਣੀ ਦੇ ਪਾਠ ਦੀ, ਉਸੇ ਸਮੇਂ ਡਰ ਮਾਤਾ ਦਾ ਖਤਮ ਹੋ ਗਿਆ ਸੀ। ਬਜ਼ੁਰਗ ਮਾਤਾ ਡਰਨੋਂ ਹਟ ਗਈ, ਮਨ ਉਹਦਾ ਫਿਰ ਸ਼ਾਂਤ ਹੋ ਗਿਆ। ਨਹੀਂ ਤੇ ਉੱਚੀ ਉੱਚੀ ਭੁੱਬਾ ਮਾਰ ਮਾਰ ਕਰਕੇ ਰੋਂਦੀ ਸੀ, ਤੇ ਨਾਲੇ ਕਹਿੰਦੀ ਮੈਨੂੰ ਡਰ ਬੜਾ ਲੱਗਦਾ ਪਿਆ, ਬੜੇ ਬੜੇ ਭਿਆਨਕ ਰੂਪ ਵਾਲੇ ਇਹ ਦੈਂਤ ਮੈਨੂੰ ਫੜ ਕੇ ਲੈ ਜਾਂਦੇ ਆ, ਮੈਨੂੰ ਬਚਾ ਲਓ। ਤੇ ਜਿੰਨਾ ਸਮਾਂ ਉਹ ਗੁਰਬਾਣੀ ਪੜ੍ਹਦਾ ਸੀ, ਉਹਨਾਂ ਸਮਾਂ ਉਹ ਮਾਤਾ ਦਾ ਡਰ ਦੂਰ ਹੋ ਜਾਂਦਾ ਸੀ। ਜਦੋਂ ਗੁਰਬਾਣੀ ਪੜ੍ਹਨੋਂ ਹਟ ਜਾਂਦੇ ਸਨ, ਤੇ ਫਿਰ ਉੱਚੀ ਉੱਚੀ ਭੁੱਬਾ ਮਾਰ ਕੇ ਰੋਣ ਲੱਗ ਪੈਂਦੀ ਸੀ, ਮੈਨੂੰ ਬਚਾ ਲਓ, ਮੈਨੂੰ ਇਹਨਾਂ ਨੇ ਫੜ ਕੇ ਲੈ ਜਾਣਾ। ਫਿਰ ਆਖਰਕਾਰ ਉਸ ਬਜ਼ੁਰਗ ਮਾਤਾ ਤੋਂ ਪ੍ਰਣ ਕਰਾਇਆ ਕਿ ਤੂੰ ਅੰਮ੍ਰਿਤ ਛਕ ਲੈ, ਖੰਡੇ ਬਾਟੇ ਦੀ ਪਾਹੁਲ ਛਕ ਲੈ, ਗੁਰੂ ਵਾਲੀ ਬਣ ਜਾ। ਹੈ ਮਾਤਾ, ਤੂੰ ਅੰਮ੍ਰਿਤ ਛਕ ਲਵੇਂਗੀ ਤੇ ਤੈਨੂੰ ਕੀ ਹੋ ਚੱਲਿਆ, ਤੇਰਾ ਡਰ ਖਤਮ ਹੋ ਜਾਵੇਗਾ। ਸਤਿਗੁਰੂ ਜੀ ਰੱਖਿਆ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਬਿਰਧ ਦੀ ਲੱਜਿਆ ਰੱਖਣ ਵਾਲੇ ਹਨ। ਫਿਰ ਬਿਰਧ ਅਵਸਥਾ ਵਿੱਚ ਬਜ਼ੁਰਗ ਮਾਤਾ ਨੇ ਅੰਮ੍ਰਿਤ ਛਕਿਆ, ਤੇ ਫਿਰ ਨਹੀਂ ਕਦੇ ਵੀ ਦੈਂਤ ਆ ਕਰਕੇ ਦਿਖੇ, ਫਿਰ ਨਹੀਂ ਕਿਸੇ ਪ੍ਰਕਾਰ ਦਾ ਕੋਈ ਡਰ ਮਨ ਦੇ ਵਿੱਚ ਪੈਦਾ ਹੋਇਆ। ਇਹ ਸਾਧ ਸੰਗਤ ਜੀ ਅੱਜ ਵੀ ਪ੍ਰਤੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤ ਰਹੀ ਹੈ। ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਬਦਾ ਅਵਤਾਰ ਸਤਿਗੁਰੂ ਜੀ, ਜੋ ਭਾਵਨਾ ਦੇ ਨਾਲ ਮਹਾਰਾਜ ਦੀ ਸ਼ਰਨ ਧਾਰਨ ਕਰ ਲੈਂਦਾ ਹੈ, ਸਤਿਗੁਰੂ ਜੀ ਦੀ ਪਾਵਨ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾ ਲੈਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਉਹਨੂੰ ਕੋਈ ਡਰ ਨਹੀਂ ਲੱਗਣ ਦਿੰਦੇ। ਔਰ ਇਸ ਪ੍ਰਕਾਰ ਸਤਿਗੁਰੂ ਜੀ ਆਖ ਰਹੇ ਹਨ, ਹਰ ਹਰ ਨਾਮ ਜਪੰਤਿਆ ਕਛ ਨਾ ਕਹੈ ਜਮ ਕਾਲ। ਇਹ ਜੀਵ ਜਿਹੜੇ ਕਾਲ ਕਰਨ ਵਾਲੇ, ਮਾਰਨ ਵਾਲੇ ਧਰਮ ਰਾਜੇ ਦੇ ਜਮ ਹਨ, ਦੂਤ ਹਨ, ਉਹ ਕੁਝ ਵੀ ਨਹੀਂ ਕਹਿਣਾ ਕਰਦੇ ਜੀ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਜੇਕਰ ਜੀਵ ਨਾਮ ਜਪੇ, ਫਿਰ ਧਰਮ ਰਾਜੇ ਦੇ ਦੂਤ ਵੀ ਕੁਝ ਆਖ ਨਹੀਂ ਸਕਦੇ। ਨਾਨਕ ਮਨ ਤਨ ਸੁਖੀ ਹੋਏ। ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਕਿੰਨਾ ਵੱਡਾ ਹੈ। ਜੇ ਵਾਹਿਗੁਰੂ ਦਾ ਨਾਮ ਜਪਦਾ ਹੈ, ਮਨ ਵੀ ਤਨ ਵੀ ਸੁਖੀ ਹੋ ਜਾਂਦਾ ਹੈ। ਤਨ ਵੀ ਸਾਧ ਸੰਗਤ ਜੀ ਫਿਰ ਬੜਾ ਸੁਖੀ ਹੋ ਜਾਂਦਾ ਹੈ। ਮਨ ਕਰਕੇ ਵੀ ਜੀਵ ਨੂੰ ਸਾਧ ਸੰਗਤ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਹੈ। ਨਹੀਂ ਤਾਂ ਮਨ ਬਾਰ-ਬਾਰ ਸੜਦਾ ਰਹਿੰਦਾ, ਕ੍ਰਿਜਦਾ ਰਹਿੰਦਾ, ਚਿੰਤਾ ਝੋਰਿਆਂ ਦੇ ਵਿੱਚ ਹੀ ਬਾਰ-ਬਾਰ ਦੁਖੀ ਹੁੰਦਾ ਰਹਿੰਦਾ। ਪਰ ਸਤਿਗੁਰੂ ਜੀ ਦੀ ਮਿਹਰ ਹੋ ਜਾਵੇ, ਜੇ ਪ੍ਰਮਾਤਮਾ ਦਾ ਸਿਮਰਨ ਕਰੇ, ਮਨ ਵੀ ਸ਼ਾਂਤ ਰਹਿੰਦਾ ਹੈ, ਮਨ ਵੀ ਕਦੇ ਭਟਕਦਾ ਨਹੀਂ ਹੈ। ਮਨ ਵੀ ਸਤਿਗੁਰੂ ਜੀ ਦੇ ਚਰਨਾਂ ਨਾਲ ਸ਼ਬਦ ਦੇ ਵੀ ਜੁੜਿਆ ਰਹਿੰਦਾ ਹੈ, ਜੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਫਿਰ ਮਹਾਰਾਜ ਕਹਿੰਦੇ ਤਨ ਕਰਕੇ ਵੀ ਬਾਰ-ਬਾਰ ਧਾਵਾ ਧਾਈ ਕਰਦਾ ਰਹਿੰਦਾ ਸੀ, ਕਦੇ ਕਿਸੇ ਵਿਕਾਰਾਂ ਅਧੀਨ ਹੋ ਕਰਕੇ ਪਾਪ ਕਰਮਾਂ ਦੇ ਵਿੱਚ ਹੀ ਬਾਰ-ਬਾਰ ਸੜਦਾ ਰਹਿੰਦਾ ਸੀ। ਪਰ ਹੁਣ ਮਨ ਵੀ ਤਨ ਵੀ ਜੀਵ ਦਾ ਸੁਖੀ ਹੋ ਗਿਆ ਹੈ। ਅੰਤੇ ਮਿਲੈ ਗੋਪਾਲ। ਤੇ ਅੰਤ ਸਮੇਂ ਗੋਪਾਲ ਪ੍ਰਿਥਵੀ ਪਾਲਕ ਜੋ ਪਰਮੇਸ਼ਰ ਹੈ, ਉਹ ਜੀਵ ਨੂੰ ਮਿਲ ਜਾਣਾ ਕੀਤਾ। ਪਰਮੇਸ਼ਰ ਦੀ ਪ੍ਰਾਪਤੀ ਵੀ ਜੀਵ ਨੂੰ ਅੰਤ ਸਮੇਂ ਹੋ ਜਾਂਦੀ ਹੈ, ਜੇ ਪ੍ਰਮਾਤਮਾ ਦਾ ਸਿਮਰਨ ਕਰਦਾ। ਜਿੰਨਾ ਚਿਰ ਜੀਵਨ ਨਿਰਵਾਹ ਕਰਦਾ, ਉਹਨਾਂ ਚਿਰ ਪ੍ਰਮਾਤਮਾ ਦੇ ਭਜਨ ਦਾ ਆਨੰਦ ਮਾਣਦਾ ਹੈ। ਫਿਰ ਬਾਅਦ ਵਿੱਚ ਸਰੂਪਾ ਆਨੰਦ ਜੀਵ ਨੂੰ ਪ੍ਰਾਪਤ ਹੋ ਜਾਂਦਾ। ਵਾਹਿਗੁਰੂ ਜੀ ਦੇ ਸਰੂਪ ਦਾ, ਪਰਮੇਸ਼ਰ ਦੀ ਪ੍ਰਾਪਤੀ ਦਾ, ਅਭੇਦਤਾ ਦਾ ਆਨੰਦ ਮਾਣਦਾ। ਪਹਿਲਾਂ ਜੀਵਨ ਕਾਲ ਦੌਰਾਨ ਜਿੰਨਾ ਚਿਰ ਜ਼ਿੰਦਗੀ ਆਪਣੀ ਬਤੀਤ ਕਰ ਰਿਹਾ ਹੁੰਦਾ, ਪ੍ਰਾਰਬਧ ਭੋਗ ਰਿਹਾ ਹੁੰਦਾ, ਉਹਨਾਂ ਚਿਰ ਪ੍ਰਮਾਤਮਾ ਦੇ ਸ਼ਬਦ ਨਾਲ ਚਿੱਤ ਬਿਰਤੀ ਜੋੜ ਕਰਕੇ ਆਨੰਦ ਪਾਉਂਦਾ ਹੈ। ਵਾਹਿਗੁਰੂ ਜੀ ਦੇ ਭਜਨ ਦਾ ਬੜਾ ਘਣਾ ਆਨੰਦ ਮਿਲਦਾ ਹੈ। ਮਨ ਕਰਕੇ ਤਨ ਕਰਕੇ ਵੀ ਸੁਖੀ ਰਹਿੰਦਾ ਹੈ। ਤੇ ਅੰਤ ਸਮੇਂ ਫਿਰ ਇੰਦਰੀਆਂ ਦਾ ਪਰਵਰਿਸ਼ ਕਰਨ ਵਾਲਾ, ਇੰਦਰੀਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਮਿਲ ਜਾਂਦਾ ਹੈ।
ਛੰਤ ਮਿਲਾ ਸੰਤਨ ਕੈ ਸੰਗ। ਹਜੂਰ ਬਖਸ਼ਿਸ਼ ਕਰਦੇ ਹਨ। ਹੈ ਗੁਰਸਿੱਖੋ, ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕਰਕੇ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ, ਜਾਚਨਾ ਕਰਨੀ ਚਾਹੀਦੀ ਹੈ। ਮੋਹੇ ਉਧਾਰ ਲੇਹੋ। ਕਿ ਸਤਿਪੁਰਸ਼ੋ, ਜਿਵੇਂ ਆਪ ਦਾ ਉਧਾਰ ਹੋਇਆ ਨਾ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹੋ, ਤਿਵੇਂ ਸਾਡਾ ਵੀ ਉਧਾਰ ਕਰ ਲਓ। ਕਿਉਂਕਿ ਸਤਿਪੁਰਸ਼ਾਂ ਦੀ ਜਿਹੜੀ ਸੰਗਤ ਹੈ, ਨੌਕਾ ਦੀ ਤਰ੍ਹਾਂ, ਬੇੜੀ ਦੀ ਤਰ੍ਹਾਂ ਹੋਇਆ ਕਰਦੀ ਹੈ। ਸਤ ਸੰਗਤ ਜੀ, ਬੇੜੀ ਵਿੱਚ ਕੋਈ ਬੈਠ ਜਾਵੇ ਤੇ ਸੁਖ ਹੈ ਨਹੀਂ, ਉਹ ਜੀਵ ਨਦੀ ਤੋਂ ਪਾਰ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਆਸਾ ਤ੍ਰਿਸ਼ਨਾ ਦੀ ਬੜੀਆਂ ਭਿਆਨਕ ਨਦੀਆਂ ਨੇ, ਇਹਨਾਂ ਤੋਂ ਪਾਰ ਹੋਣ ਵਾਸਤੇ ਜੀਵ ਚੰਗੀ ਸੰਗਤ ਰੂਪ ਬੇੜੀ ਵਿੱਚ ਬੈਠ ਜਾਵੇ ਤਾਂ ਸੁਭਾਵਕ ਹੀ ਪਾਰ ਹੋ ਜਾਂਦਾ ਹੈ। ਨਹੀਂ ਤਾਂ ਵਿੱਚ ਹੀ ਬਾਰ-ਬਾਰ ਕਦੇ ਸ਼ੰਕਿਆਂ ਦੇ, ਕਦੇ ਸੰਕਲਪਾਂ ਵਿਕਲਪਾਂ ਦੇ ਗੋਤੇ ਖਾਂਦਾ ਰਹਿੰਦਾ। ਕਦੇ ਮੰਦਾ ਫਰਨਾ, ਕਦੇ ਚੰਗਾ, ਕਦੇ ਕਿਸੇ ਤਰ੍ਹਾਂ ਦੀ ਆਸਾ, ਕਦੇ ਤ੍ਰਿਸ਼ਨਾ ਮਨ ਦੇ ਅੰਦਰ ਬਣੀ ਰਹਿੰਦੀ ਹੈ। ਇਹ ਜੀਵ ਦੁਖੀ ਹੁੰਦਾ ਰਹਿੰਦਾ ਹੈ। ਜੇ ਜੀਵਨ ਦੇ ਵਿੱਚ ਚੰਗੀ ਸੰਗਤ ਮਿਲ ਜਾਵੇ, ਫਿਰ ਇਹ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ। ਫਿਰ ਗੋਤੇ ਨਹੀਂ ਖਾਣੇ ਪੈਂਦੇ, ਬਾਰ-ਬਾਰ ਜੰਮਣ ਮਰਨ ਦੇ ਗੇੜੇ ਵਿੱਚ ਨਹੀਂ ਪੈਣਾ ਪੈਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬੇਨਤੀ ਕਰਨ ਦੀ ਜਾਚ ਦੱਸ ਰਹੇ ਹੈ। ਹੇ ਗੁਰਸਿੱਖੋ, ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਬੇਨਤੀ ਕਰੋ ਕਿ ਜਿਵੇਂ ਆਪ ਨੇ ਉਧਾਰ ਕੀਤਾ ਹੀ ਹੈ ਨਾ, ਸ਼ਬਦ ਦਾ ਆਸਰਾ ਲੈ ਕੇ ਸਾਨੂੰ ਵੀ ਆਪਣੇ ਚਰਨਾਂ ਦੀ ਸੰਗਤ ਵਿੱਚ ਜੋੜ ਕਰਕੇ ਰੱਖੋ। ਸਾਨੂੰ ਵੀ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਗਾ ਕਰਕੇ ਉਧਾਰ ਕਰ ਦੇਣਾ ਕਰੋ। ਬਿਨਾ ਕਰੋ ਕਰ ਜੋੜ। ਬਿਨੋ ਕਰੋ, ਬਿਨੋ ਕਰੀਏ, ਬੇਨਤੀ ਕਰੀਏ। ਕਿਵੇਂ? ਹੱਥ ਜੋੜ ਕਰਕੇ। ਕਰ ਜੋੜ, ਮਨ ਬੁੱਧ ਰੂਪੀ ਹੱਥ ਜੋੜ ਕੇ ਵੀ ਪਿਆਰ ਵਿੱਚ ਭਿੱਜ ਕਰਕੇ ਪ੍ਰੀਤ ਰੂਪ ਰਸਨਾ ਦੇ ਨਾਲ ਬੋਲ ਕੇ ਬੇਨਤੀ ਕਰ। ਹਰ ਹਰ ਨਾਮ ਦੇਹੋ। ਕਿਹੜੀ ਬੇਨਤੀ ਕਰੀਏ? ਮਹਾਰਾਜ ਕਹਿੰਦੇ ਹਰ ਹਰ ਨਾਮ ਦੇਹੋ। ਹੇ ਪ੍ਰਮਾਤਮਾ, ਕਿਰਪਾ ਕਰੋ, ਆਪਣਾ ਨਾਮ ਸਾਨੂੰ ਬਖਸ਼ੋ। ਹੇ ਗਰੀਬ ਨਵਾਜ, ਅਸੀਂ ਭਿਖਾਰੀਆਂ ਦੀ ਤਰ੍ਹਾਂ ਮਹਾਰਾਜ ਭਿਖਿਆ ਮੰਗ ਰਹੇ ਹਾਂ, ਤੁਹਾਡੇ ਤੋਂ ਦਾਨ ਮੰਗਦੇ ਪਏ ਹਾਂ। ਸ਼ਰਧਾ ਦੀ ਝੋਲੀ ਅੱਡ ਕੇ ਮਹਾਰਾਜ ਤੁਹਾਡੇ ਤੋਂ ਦਾਨ ਮੰਗ ਰਹੇ ਹਾਂ। ਕਿਰਪਾ ਕਰੋ, ਸਾਨੂੰ ਨਾਮ ਦਾ ਦਾਨ ਸਾਡੀ ਝੋਲੀ ਵਿੱਚ ਪਾ ਦੇਵੋ। ਕੁਝ ਵੀ ਰਹਿਣ ਵਾਲਾ ਸੰਸਾਰ ਦੇ ਅੰਦਰ ਨਹੀਂ ਹੈ, ਕੇਵਲ ਪਰਮੇਸ਼ਰ ਤੁਹਾਡਾ ਨਾਮ ਹੀ ਸਦਾ ਰਹਿਣ ਵਾਲਾ ਹੈ। ਇਸ ਲਈ ਮਹਾਰਾਜ, ਮੰਗਾਂ ਤੇ ਮੈਂ ਕੀ ਆਪ ਤੋਂ ਮੰਗਾਂ ਜੀ, ਸਦਾ ਕੁਝ ਵੀ ਰਹਿਣ ਵਾਲਾ ਨਹੀਂ ਹੈ। ਹੇ ਗਰੀਬ ਨਵਾਜ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ, ਨਾਮ ਦੇਹੁ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਸਦੀਵੀ ਕਾਲ ਤੁਹਾਡੇ ਨਾਮ ਦੇ ਵਿੱਚ ਮਹਾਰਾਜ ਰਤੇ ਰਹੀਏ, ਪਿਆਰ ਦੇ ਵਿੱਚ ਭਿੱਜ ਕੇ ਤੁਹਾਡਾ ਸਿਮਰਨ ਕਰਦੇ ਰਹੀਏ। ਐਸੀ ਮਹਾਰਾਜ ਨਾਮ ਦੀ ਦਾਤ ਸਾਡੇ ਹਿਰਦੇ ਅੰਦਰ ਬਖਸ਼ੋ। ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗਉ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ, ਪਿਆਰੀ ਨਾਮ ਦੀ ਦਾਤ ਕਿਰਪਾ ਕਰਕੇ ਬਖਸ਼ੋ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਮਹਾਰਾਜ, ਸਾਡੇ ਮਨ ਵਿੱਚ ਬੜਾ ਚਾਅ ਹੈ, ਬਹੁਤ ਉਤਸ਼ਾਹ ਹੈ, ਪਰ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ। ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਸਾਨੂੰ ਨਿਵਾਜਣਾ ਕਰੋ। ਹਰ ਨਾਮ ਮਾਗੋ ਚਰਨ ਲਾਗੋ। ਹੇ ਪ੍ਰਾਣ ਧਾਰੀ ਜੀਵ, ਜਿੱਥੇ ਪਰਮੇਸ਼ਰ ਦੇ ਨਾਮ ਦੀ ਦਾਤ ਮੰਗਣੀ ਹੈ ਨਾ, ਉੱਥੇ ਸਤਿਗੁਰੂ ਜੀ ਦੇ ਚਰਨੇ ਵੀ ਲੱਗਣਾ ਹੈ। ਇਕੱਲਾ ਨਾਮ ਨਹੀਂ ਹੈ, ਜਿੰਨਾ ਚਿਰ ਮਹਾਰਾਜ ਦੀ ਸੰਗਤ ਨਾ ਕਰੇਗਾ ਉਹਨਾਂ ਚਿਰ ਪਰਮੇਸ਼ਰ ਦੇ ਨਾਮ ਜਪਣ ਦੀ ਜਾਚ ਵੀ ਨਹੀਂ ਪ੍ਰਾਪਤ ਹੋਣੀ। ਕਿੱਦਾਂ ਪਰਮੇਸ਼ਰ ਦਾ ਨਾਮ ਜਪੀਦਾ? ਨਹੀਂ ਤਾਂ ਇਕੱਲਾ ਦੁਕੱਲਾ ਬੈਠ ਕੇ ਨਾਮ ਜਪ ਕੇ ਹੰਕਾਰ ਕਰਦਾ, ਸੰਗਤ ਵਿੱਚ ਆ ਕੇ ਮਹਾਰਾਜ ਜੀ ਦਾ ਉਪਦੇਸ਼ ਸੁਣਦਾ ਹੈ, ਸਤਿਗੁਰੂ ਜੀ ਦੀ ਸਿੱਖਿਆ ਸਰਵਣ ਕਰਦਾ ਹੈ, ਫਿਰ ਨਿਮਰਤਾਵਾਨ ਹੋ ਕੇ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਚਰਨ ਲਾਗਾ ਹੋ। ਸਦੀਵੀ ਕਾਲ ਜੀਵਨ ਪਰਯੰਤ ਮਹਾਰਾਜ ਜੀ ਦੇ ਚਰਨੀ ਲੱਗ ਕਰਕੇ ਰਹੋ।
ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਰਹਿਣਾ ਕਰ। ਮਾਨ ਤਿਆਗੋ ਤੁਮ ਦਇਆ, ਇਹ ਜੀਵ ਜਿਹੜਾ ਮਾਨ ਹੈ ਨਾ ਉਹਦਾ ਤਿਆਗ ਕਰ ਦੇਣਾ ਕਰ। ਤੁਮ ਦਇਆ, ਇਹ ਬੇਨਤੀਆਂ ਕਰੇ ਮਹਾਰਾਜ ਤੁਸੀਂ ਦਇਆਲੂ ਹੋ ਕਰਕੇ ਦਇਆ ਦੇ ਘਰ ਵਿੱਚ ਆ ਕੇ ਮਹਾਰਾਜ ਮੇਰੇ ਅੰਦਰ ਦਾ ਮਾਨ ਦੂਰ ਕਰ ਦੇਵੋ। ਦਇਆ ਦੇ ਘਰ ਵਿੱਚ ਆ ਕਰਕੇ ਮਹਾਰਾਜ ਮੇਰੇ ਤੇ ਰਹਿਮਤ ਕਰੋ, ਮੇਰੇ ਤੇ ਐਸੀ ਬਖਸ਼ਿਸ਼ ਕਰੋ ਜੋ ਮੇਰੇ ਹਿਰਦੇ ਦਾ ਮਾਣ ਟੁੱਟਦਾ ਨਹੀਂ ਹੈ ਨਾ, ਇਹ ਮਹਾਰਾਜ ਮਾਣ ਟੁੱਟ ਜਾਵੇ, ਅਭਾਵ ਹੋ ਜਾਵੇ। ਐਸੀ ਦਇਆਲਤਾ ਕਰੋ ਹੈ ਗਰੀਬ ਨਵਾਜ ਮੇਰੇ ਉੱਪਰ। ਕਤਹੁ ਨਾ ਧਾਵੋ ਸਰਣ ਪਾਵੋ, हे ਮਹਾਰਾਜ ਮੈਂ ਹੁਣ ਕਿਤੇ ਵੀ ਧਾਉਂਦਾ ਨਹੀਂ ਹਾਂ, ਦਰ ਦਰ ਤੇ ਭਟਕਣਾ ਛੱਡ ਦਿੱਤਾ ਹੈ, ਧਾਵਾ ਧਾਈ ਕਰਨੀ ਛੱਡ ਦਿੱਤੀ ਹੈ। ਹੁਣ ਕੇਵਲ ਸ਼ਰਨ ਪਾਵੋ, ਤੁਹਾਡੀ ਸ਼ਰਨ ਦੇ ਵਿੱਚ ਪਿਆ ਹਾਂ। ਆਪਣੇ ਮਨ ਨੂੰ ਵੀ ਮਹਾਰਾਜ ਮੈਂ ਹੁਣ ਤੁਹਾਡੀ ਸ਼ਰਨ ਦੇ ਵਿੱਚ ਹੀ ਪਾਇਆ ਹੈ। ਮਨਾ ਸਤਿਗੁਰੂ ਜੀ ਦੀ ਸ਼ਰਨ ਪੈ ਜਾ, ਤੇਰਾ ਉਧਾਰ ਹੋ ਜਾਵੇਗਾ। ਮਹਾਰਾਜ ਦੀ ਸ਼ਰਨ ਵਿੱਚ ਪੈ ਜਾ, ਤੈਨੂੰ ਸੁੱਖ ਮਿਲੇਗਾ। ਨਹੀਂ ਤਾਂ ਐਵੇਂ ਦਰ ਦਰ ਤੇ ਠੋਕਰਾਂ ਖਾਂਦਾ ਰਹਿੰਦਾ, ਦਰ ਦਰ ਤੇ ਭਟਕਦਾ ਰਹਿੰਦਾ। ਮਨਾ ਸ਼ਾਂਤੀ ਕਿਤੇ ਵੀ ਤੈਨੂੰ ਪ੍ਰਾਪਤ ਨਹੀਂ ਹੁੰਦੀ, ਨਾ ਪਹਿਲਾਂ ਕਦੇ ਹੋਈ ਸੀ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗੀ। ਇਸ ਲਈ ਹੀ ਮੇਰੇ ਪਿਆਰੇ ਮਨਾ ਤੂੰ ਮਹਾਰਾਜ ਦੀ ਸ਼ਰਨ ਵਿੱਚ ਪਿਆ ਰਹੋ, ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹੋ, ਸਦੀਵੀ ਕਾਲ ਤੈਨੂੰ ਸੁਖ ਪ੍ਰਾਪਤ ਹੋਵੇਗਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਤਹੁ ਨ ਧਾਵੋ ਸ਼ਰਨ ਪਾਵੋ। ਹੇ ਗਰੀਬ ਨਵਾਜ ਸਾਰੀ ਧਾਵਾ ਧਾਈ ਛੱਡ ਕਰਕੇ ਕਿਤੇ ਵੀ ਮਨ ਹੁਣ ਧਾਉਂਦਾ ਨਹੀਂ ਹੈ, ਕਿਉਂਕਿ ਤੁਹਾਡੀ ਸ਼ਰਨ ਦੇ ਵਿੱਚ ਭਟਕਦੇ ਹੋਏ ਭੱਜਦੇ ਦੌੜਦੇ ਹੋਏ ਮਨ ਨੂੰ ਮਹਾਰਾਜ ਅਸੀਂ ਪਾਇਆ ਹੈ। ਕਰੁਣਾ ਮੈਂ ਪ੍ਰਭ ਕਰਮਇਆ, ਹੇ ਕਰੁਣਾ ਮੈਂ, ਹੇ ਗਰੀਬ ਨਵਾਜ ਕਿਰਪਾ ਦੇ ਕਰਨ ਵਾਲੇ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ। ਅਥਵਾ ਕਰੁਣਾ ਮੈਂ, ਪ੍ਰਮਾਤਮਾ ਨੇ ਪ੍ਰਭੂ ਨੇ ਸਾਡੇ ਤੇ ਮਾਇਆ ਬਖਸ਼ਿਸ਼ ਕੀਤੀ ਹੈ। ਕਿਰਪਾ ਕਰਨ ਵਾਲੇ ਕਿਰਪਾਲੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਤਾਂ ਮਨ ਨੂੰ ਸਤਿਗੁਰੂ ਜੀ ਦੀ ਸ਼ਰਨ ਵਿੱਚ ਪਾਇਆ ਹੈ। ਨਹੀਂ ਤਾਂ ਮਨ ਕਰਕੇ ਸਾਧ ਸੰਗਤ ਜੀ ਹੋਰ ਹੀ ਥਾਵਾਂ ਥਾਵਾਂ ਤੇ ਸਾਡਾ ਭਰੋਜਾ ਬੱਝਾ ਹੁੰਦਾ। ਤਨ ਕਰਕੇ ਭਾਵੇਂ ਅਸੀਂ ਕਹੀ ਜਾਈਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਹਾਂ, ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ, ਪਰ ਖੇਮਾ ਕਰਨਾ ਮਨ ਕਰਕੇ ਸਾਡਾ ਭਰੋਸਾ ਹੋਰ ਥਾਵਾਂ ਤੇ ਬੱਝਾ ਹੁੰਦਾ। ਬਾਬਾ ਕੋਈ ਵੀ ਭਿੱਖ ਧਾਰੀ ਤੇ ਪਖੰਡੀ ਸਾਧ ਸੰਗਤ ਅਸੀਂ ਛੱਡਦੇ ਨਹੀਂ ਆ। ਫਕਰਾਂ ਤੇ ਜਾ ਕਰਕੇ ਦੀਵੇ ਲੈ ਕਰਕੇ ਤੇਲ ਪਾਉਣਾ ਜਾ ਕੇ ਵੀਰਵਾਰ ਦਾ ਦਿਨ ਵੀ ਛੱਡਣਾ ਨਾ, ਤੇ ਜਿਹੜੇ ਕੋਈ ਭੇਖ ਧਾਰੀ ਉਹਨਾਂ ਦਾ ਦਰ ਵੀ ਕੋਈ ਛੱਡਣਾ ਨਾ, ਤੇ ਖਵਾਉਣਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਿੱਖ। ਪਰ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਜੇ ਪੂਰੀ ਕਿਰਪਾ ਹੋਵੇ ਨਾ ਪਰਮਾਤਮਾ ਦੀ, ਵਾਹਿਗੁਰੂ ਮਿਹਰ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਜੀਵ ਨੂੰ ਸੋਝੀ ਬਖਸ਼ੇ, ਤਾਂ ਫਿਰ ਵਿਚਾਰ ਦੀ ਨਿਗਾਹ ਦੇ ਨਾਲ ਦੇਖ ਕੇ ਹੀ ਜ਼ਿੰਦਗੀ ਆਪਣੀ ਬਤੀਤ ਕਰਦਾ, ਕਦਮ ਕਦਮ ਵਿਚਾਰ ਕੇ ਚੱਲਦਾ ਕਿ ਜਿਸ ਦੀ ਸ਼ਰਨ ਦੇ ਵਿੱਚ ਚੱਲਿਆ ਹਾਂ ਇਹ ਪੂਰਾ ਹੈ ਕਿ ਅਧੂਰਾ ਹੈ। ਇਹ ਭੇਖ ਧਾਰੀ ਹੈ, ਮਹਾਰਾਜ ਜੀ ਦੇ ਬਚਨ ਫਿਰ ਚੇਤੇ ਕਰਦਾ ਹੈ, ਯਾਦ ਕਰਦਾ ਕਿ ਜਿਹੜੇ ਸੰਸਾਰ ਦੇ ਅੰਦਰ ਭੇਖ ਧਾਰੀ ਗੁਰੂ ਬਣੀ ਬੈਠੇ ਹਨ, ਇਹਨਾਂ ਦੀ ਸ਼ਰਨ ਵੀ ਜਾਣ ਦੇ ਨਾਲ ਮੈਨੂੰ ਸ਼ਾਂਤੀ ਨਹੀਂ ਕਦੇ ਪ੍ਰਾਪਤ ਹੋਵੇਗੀ। ਇਹ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਤਾਂ ਸਾਨੂੰ ਸ਼ਬਦ ਦੇ ਲੜ ਲਗਾਇਆ ਹੈ, ਉਹ ਫਿਰ ਗੁਰੂ ਕੇ ਬਚਨਾਂ ਨੂੰ ਕਦੇ ਵੀ ਵਿਸਾਰਦੇ ਨਹੀਂ ਹੈ। ਮਹਾਰਾਜ ਜੀ ਦੇ ਬਚਨ ਯਾਦ ਰੱਖਦੇ ਹਨ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਬਚਨ ਤਾਂ ਸਾਨੂੰ ਸਭ ਨੂੰ ਯਾਦ ਹੋਵੇਗਾ, ਪਰ ਭੁੱਲ ਜਾਂਦਾ, ਵਿਸਰ ਜਾਂਦਾ। ਜਦੋਂ ਹੋਰ ਦਰ ਦਰ ਤੇ ਜਾ ਕੇ ਨੱਕ ਰਗੜਦੇ ਉਦੋਂ ਸਾਨੂੰ ਇਹ ਬਚਨ ਨਹੀਂ ਮਹਾਰਾਜ ਜੀ ਦਾ ਯਾਦ ਹੁੰਦਾ, ਉਦੋਂ ਭੁੱਲ ਜਾਂਦਾ ਹੈ। ਬਹੁਤਾ ਵਿਖਾਵਾ ਤੇ ਸੰਸਾਰ ਦੀ ਬਹੁ ਗਿਣਤੀ ਲੋਕਾਂ ਨੇ ਦੇਖ ਕੇ ਭੁੱਲ ਜਾਂਦਾ ਕਿ ਪਤਾ ਨਹੀਂ ਬੜਾ ਉੱਥੇ ਕਲਾਵਾਨ ਬਾਬਾ ਰਹਿੰਦਾ, ਪਤਾ ਨਹੀਂ ਕਿੰਨੀਆਂ ਕੋਈ ਸ਼ਕਤੀਆਂ, ਪਤਾ ਨਹੀਂ ਕੀ ਮਿਲ ਜਾਣਾ ਉੱਥੇ ਜਾ ਕੇ। ਐ ਵੇਖਾ ਵਿਖਾਈ ਭੇਡ ਚਾਲ ਦੀ ਤਰ੍ਹਾਂ ਅਸੀਂ ਤੁਰੇ ਫਿਰਦੇ ਹਾਂ। ਪਰ ਜਦੋਂ ਪਰਮਾਤਮਾ ਜੇ ਕਿਰਪਾ ਕਰ ਦੇਵੇ ਨਾ ਜੀਵ ਦੇ ਉੱਪਰ, ਤਾਂ ਸਾਧ ਸੰਗਤ ਜੀ ਮਨ ਬਾਣੀ ਸਰੀਰ ਕਰਕੇ ਮਹਾਰਾਜ ਜੀ ਦੇ ਸਨਮੁਖ ਹੁੰਦਾ ਹੈ। ਨਹੀਂ ਤਾਂ ਤਨ ਕਰਕੇ ਭਾਵੇਂ ਲੋਕ ਲੱਜਾ ਰੱਖਣ ਦੇ ਵਾਸਤੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਅਸੀਂ ਆਉਂਦੇ ਆ,
ਮਨ ਕਰਕੇ ਹੋਰ ਹੀ ਥਾਵਾਂ ਤੇ ਭਰੋਸਾ ਬਣਾਈ ਬੈਠੇ ਹਾਂ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹੈ ਗੁਰਸਿੱਖੋ ਕਤਹੁ ਨ ਧਾਵਉ ਸਰਣ ਪਾਵਉ ਕਰਨਾ ਮੈਂ ਪ੍ਰਭ ਕਰਮਇਆ। ਕਿਰਪਾ ਦੇ ਕਰਨ ਵਾਲੇ ਕਿਰਪਾਲੂ ਪਰਮੇਸ਼ਰ ਨੇ ਜਦੋਂ ਬਖਸ਼ਿਸ਼ ਕੀਤੀ ਹੈ ਫਿਰ ਮਨ ਕਿਤੇ ਵੀ ਭਟਕਿਆ ਨਹੀਂ ਹੈ। ਮਨ ਨੂੰ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਪਾ ਕੇ ਰੱਖਿਆ ਹੈ। ਸਮਰੱਥ ਅਗਾਥ ਅਪਾਰ ਨਿਰਮਲ। ਸਰਬ ਕਲਾ ਸਮਰੱਥ ਹੈ ਤੇ ਅਗਾਧ ਕਹਿੰਦੇ ਨੇ ਪਦਾਰਥਾਂ ਤੋਂ ਪਰੇ। ਪਦਾਰਥਾਂ ਦੇ ਵਿੱਚ ਵੀ ਪ੍ਰਮਾਤਮਾ ਦੀ ਸ਼ਕਤੀ ਵਰਤ ਰਹੀ ਹੈ। ਭਾਵੇਂ ਜੜ ਹਨ ਭਾਵੇਂ ਚੇਤਨ ਹਨ। ਹਰ ਇੱਕ ਵਸਤੂ ਹਰ ਇੱਕ ਪਦਾਰਥ ਹਰ ਇੱਕ ਸ਼ੈ ਹਰ ਸ਼ਕਤੀ ਸਭ ਦੇ ਅੰਦਰ ਪ੍ਰਮਾਤਮਾ ਹੀ ਵਰਤ ਰਿਹਾ ਹੈ। ਫਿਰ ਅਗਾਧ ਕਥਨ ਤੋਂ ਰਹਿਤ ਪ੍ਰਮਾਤਮਾ ਹੈ। ਨਿਰਮਲ ਉਜਲ ਸਰੂਪ ਹੈ ਤੇ ਮਹਾਰਾਜ ਕਹਿੰਦੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਪਰਮੇਸ਼ਰ ਹੈ। ਸੁਣਹੁ ਸੁਆਮੀ ਬਿਨੋ ਏਹੋ। हे ਸਾਡੇ ਮਾਲਕ ਪ੍ਰਮਾਤਮਾ ਸਾਡੀ ਇਹ ਬੇਨਤੀ ਸੁਣੋ। ਮਹਾਰਾਜ ਅਸੀਂ ਬਿਨੈ ਕਰ ਰਹੇ ਹਾਂ, ਅਸੀਂ ਅਰਦਾਸ ਕਰਦੇ ਹਾਂ। ਦੋਵੇਂ ਹੱਥ ਜੋੜ ਕੇ ਮਹਾਰਾਜ ਅਸੀਂ ਬੇਨਤੀ ਕਰਦੇ ਹਾਂ ਇਹ ਸਾਡੀ ਬੇਨਤੀ ਨੂੰ ਸੁਣਨਾ ਕਰੋ। ਕਰ ਜੋੜ ਨਾਨਕ ਦਾਨ ਮਾਗੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸਦੇ ਐ। हे ਗੁਰਸਿੱਖੋ ਹੱਥ ਜੋੜ ਕਰਕੇ ਦਾਨ ਮੰਗੋ ਮਹਾਰਾਜ ਦੇ ਸਨਮੁਖ ਹੋ ਕੇ। ਕਿਹੜਾ ਦਾਨ ਮੰਗੀਏ? ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਜਨਮ ਮਰਨ ਨਿਵਾਰ ਲੇਹੋ। हे ਗਰੀਬ ਨਵਾਜ ਸਾਡਾ ਜੰਮਣ ਅਤੇ ਮਰਨ ਨਿਵਰਤ ਕਰ ਦੇਵੋ। ਤੁਹਾਡੀ ਕਿਰਪਾ ਹੋਵੇ ਤਾਂ ਅਸੀਂ ਜੰਮਣ ਤੇ ਮਰਨ ਤੋਂ ਰਹਿਤ ਹੋ ਸਕਦੇ ਹਾਂ। ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਗਏ ਨੇ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਦਿਆਂ ਹੋਇਆ। हे ਗਰੀਬ ਨਵਾਜ ਹੁਣ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਮਾਨਸ ਜੀਵਨ ਬਖਸ਼ਿਆ ਹੈ। ਮਹਾਰਾਜ ਸਿੱਖੀ ਬਖਸ਼ੀ ਹੈ, ਸਿੱਖਾਂ ਦੇ ਘਰ ਜਨਮ ਦਿੱਤਾ ਹੈ। ਹੁਣ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਸਾਡਾ ਜੰਮਣ ਤੇ ਮਰਨਾ ਮਿਟਾ ਦੇਵੋ। हे ਗਰੀਬ ਨਵਾਜ ਐਸਾ ਦਾਨ ਤੁਹਾਡੇ ਤੋਂ ਅਸੀਂ ਮੰਗਦੇ ਹਾਂ। ਜੰਮਣ ਮਰਨ ਸਾਡਾ ਨਿਵਰਤ ਕਰ ਦੇਣਾ ਕਰੋ ਜੀ। ਅਪਰਾਧੀ ਮਤਹੀਨ। ਹੁਣ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਿ हे ਗੁਰਸਿੱਖ ਜੇ ਤੇਰੇ ਅੰਦਰ ਸ਼ੁਭ ਗੁਣ ਵੀ ਹੋਣ ਤਾਂ ਵੀ ਆਪਣੇ ਅੰਦਰ ਕੋਈ ਨਾ ਕੋਈ ਔਗਣ ਦੋਸ਼ ਦੇਖ ਕਰਕੇ ਬੇਨਤੀ ਕਰਿਆ ਕਰ। ਕਿਉਂਕਿ ਜੇ ਸਾਰੇ ਸ਼ੁਭ ਗੁਣ ਹੀ ਜੀਵ ਦੇ ਅੰਦਰ ਆ ਜਾਣ ਫਿਰ ਤਾਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇ। ਜੇ ਮਨੁੱਖ ਕੋਈ ਵੀ ਮਾੜਾ ਔਗਣ ਨਹੀਂ ਧਾਰਨ ਕਰਦਾ, ਜੇ ਜ਼ਿੰਦਗੀ ਵਿੱਚ ਔਗਣ ਭਰਿਆ ਕੋਈ ਕੰਮ ਹੀ ਨਹੀਂ ਕਰਦਾ, ਨਾ ਕੋਈ ਮਾੜਾ ਸਿਜਤਵਦਾ ਹੈ ਨਾ ਮਾੜਾ ਕਰਦਾ ਹੈ, ਫਿਰ ਤਾਂ ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜੇ ਕੋਈ ਨਾ ਕੋਈ ਮਨ ਦੇ ਅੰਦਰ ਮੈਲ ਹੈ, ਮਨ ਅੰਦਰ ਛਲ ਧਾਰਨ ਕੀਤਾ, ਕੋਈ ਨਾ ਕੋਈ ਔਗਣ ਨੂੰ ਧਾਰਨ ਕੀਤਾ, ਉਹ ਸਾਧ ਸੰਗਤ ਜੀ ਔਗਣ ਹੀ ਜੀਵ ਦੇ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਗੁਣ ਹੁੰਦਿਆਂ ਹੋਇਆਂ ਵੀ ਜੀਵ ਤੋਂ ਨਿਰਗੁਣਾ ਬਣ ਕਰਕੇ ਔਗਣ ਹਾਰਾ ਬਣ ਕੇ ਬੇਨਤੀਆਂ ਕਰਿਆ ਕਰ। ਕਿਉਂਕਿ ਗੁਣਵਾਨ ਮਨੁੱਖ ਵੀ ਮਨ ਦੇ ਵਿੱਚ ਹੰਕਾਰ ਕਰਦਾ। ਜੇ ਕੋਈ ਵੀ ਪਾਪ ਕਰਮ ਨਾ ਕਰਦਾ ਹੋਵੇ, ਨਾ ਮੁਖ ਤੋਂ ਬੋਲ ਕੇ, ਨਾ ਅੱਖਾਂ ਦੇ ਨਾਲ ਦੇਖ ਕੇ, ਨਾ ਕੰਨਾਂ ਦੇ ਨਾਲ ਸੁਣ ਕੇ, ਨਾ ਕਿਤੇ ਜਾ ਕੇ ਕੋਈ ਪਾਪ ਕਰਮ ਕਰਦਾ ਹੋਵੇ ਤੇ ਇਹਨਾਂ ਗੁਣਾਂ ਦਾ ਵੀ ਕਈ ਵਾਰ ਹੰਕਾਰ ਕਰਦਾ ਕਿ ਮੇਰੇ ਵਰਗਾ ਕੌਣ ਹੈ ਜਿਹੜਾ ਕੋਈ ਪਾਪ ਕਰਮ ਕਰਦਾ ਹੀ ਨਹੀਂ, ਨਾ ਕੋਈ ਪਾਪ ਚਿਤਵਦਾ ਹੈ। ਸਾਧ ਸੰਗਤ ਜੀ ਵੀ ਬੜਾ ਵੱਡਾ ਇੱਕ ਗੁਨਾਹ ਹੈ, ਬਹੁਤ ਵੱਡੀ ਰੁਕਾਵਟ ਹੈ। ਜੇ ਆਪਣੇ ਗੁਣਾਂ ਦਾ ਹੀ ਹਰ ਸਮੇਂ ਹੰਕਾਰ ਕਰਦਾ ਰਹਿੰਦਾ ਹੈ, ਮਾਣ ਕਰਦਾ ਰਹਿੰਦਾ ਕਿ ਮੇਰੇ ਵਰਗਾ ਗੁਣਵਾਨ ਕੌਣ ਹੋ ਸਕਦਾ ਜਗਤ ਅੰਦਰ। ਇਸ ਕਰਕੇ ਬੇਨਤੀ ਕਰੀਏ ਮਹਾਰਾਜ ਅਪਰਾਧੀ ਮਤਹੀਨ ਨਿਰਗੁਣ। हे ਗਰੀਬ ਨਵਾਜ ਅਸੀਂ ਅਪਰਾਧੀ ਹਾਂ, ਅਪਰਾਧ ਕਰਨ ਵਾਲੇ ਹਾਂ, ਪਾਪ ਕਰਮ ਕਰਨ ਵਾਲੇ ਹਾਂ। ਕੈਸੇ ਅਪਰਾਧੀ ਹਾਂ? ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਦੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ। ਮਹਾਰਾਜ ਐਸੇ ਸੀ ਵੱਡੇ ਗੁਨਹਗਾਰ ਹਾਂ। ਜੇ ਪ੍ਰਤੱਖ ਨਹੀਂ ਪਾਪ ਕਰਦੇ ਤੇ ਮਹਾਰਾਜ ਨਾਮ ਨਾ ਜਪਣਾ, ਗੁਰਬਾਣੀ ਨਾ ਪੜ੍ਹਨੀ, ਤੁਹਾਡੇ ਬਚਨ ਸਤ ਕਰਕੇ ਨਾ ਮੰਨਣੇ, ਇਹ ਵੀ ਬੜਾ ਵੱਡਾ ਅਪਰਾਧ ਹੈ।
ਜੋ ਸਤਿਗੁਰੂ ਜੀ ਦਾ ਬਚਨ ਨਹੀਂ ਨਾ ਮੰਨਣਾ ਵੀ ਤਾਂ ਸਾਧ ਸੰਗਤ ਜੀ ਅਪਰਾਧ ਹੀ ਹੈ ਨਾ। ਜਿਵੇਂ ਇੱਕ ਬਾਦਸ਼ਾਹ ਨੇ ਸਾਧ ਸੰਗਤ ਕੋਈ ਹੁਕਮ ਐਲਾਨ ਕੀਤਾ ਹੋਵੇ, ਜੇ ਪ੍ਰਜਾ ਦੇ ਵਿੱਚ ਉਹਦਾ ਹੁਕਮ ਨਾ ਮੰਨੇ, ਸਾਧ ਸੰਗਤ ਜੀ ਉਹਦੇ ਬਚਨ ਦੀ ਉਲੰਘਣਾ ਕਰੇ, ਕੀਤੇ ਹੁਕਮ ਦੀ ਮਰਜ਼ਾਦਾ ਨੂੰ ਭੰਗ ਕਰਨ ਦਾ ਯਤਨ ਕਰੇ ਤੇ ਉਹਨੂੰ ਫਿਰ ਦੰਡ ਮਿਲਦਾ। ਉਹ ਬਾਦਸ਼ਾਹ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ। ਤੇ ਗਰੀਬ ਨਵਾਜ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਆਪਣੇ ਖਾਲਸੇ ਨੂੰ ਹੁਕਮ ਕੀਤਾ ਕਿ ਸ਼ਬਦ ਤੋਂ ਬਿਨਾਂ ਕਿਸੇ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਤਨੇਮ ਦੀ ਪੰਜਾਂ ਕਕਾਰਾਂ ਦੀ ਜੋ ਰਹਿਣੀ ਬਖਸ਼ੀ ਹੈ, ਰਹਿਤ ਮਰਜ਼ਾਦਾ ਜੀਵਨ ਦੇ ਅੰਦਰ ਬਖਸ਼ੀ ਹੈ, ਜੇ ਇਹਦੀ ਉਲੰਘਣਾ ਕਰਦਾ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਤਾਂ ਨਹੀਂ ਨਾ ਫਿਰ ਪਾ ਸਕਦਾ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਉਲੰਘਣਾ ਕਰਦਾ, ਫਿਰ ਉਹ ਜੀਵ ਨੂੰ ਵੀ ਦੰਡ ਮਿਲਦਾ ਹੈ, ਦੁਖੀ ਹੋਣਾ ਪੈਂਦਾ ਹੈ। ਜਦੋਂ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਉਲੰਘਣਾ ਕਰਦਾ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਫਿਰ ਇਹ ਬੇਨਤੀ ਕਰੀਏ ਮਹਾਰਾਜ ਅਸੀਂ ਅਪਰਾਧੀ ਹਾਂ, ਅਪਰਾਧ ਕਰਨ ਵਾਲੇ ਹਾਂ। ਔਰ ਪਰ ਅਰਾਧ ਇਹਦਾ ਦੂਸਰਾ ਅਰਥ ਸਾਧ ਸੰਗਤ ਜੀ ਪਰਾਇਆਂ ਦੀ ਅਰਾਧਨਾ ਕਰਨੀ, ਕਿ ਮਹਾਰਾਜ ਤੁਹਾਡੀ ਅਰਾਧਨਾ ਛੱਡ ਕੇ ਅਸੀਂ ਪਰ ਅਰਾਧੀ ਬਣੇ ਹੋਏ ਹਾਂ। ਕਦੇ ਕਿਸੇ ਦੇਵੀ ਦੀ ਅਰਾਧਨਾ ਵਿੱਚ ਜੁਟ ਜਾਂਦੇ, ਕਦੇ ਕਿਸੇ ਦੇਵਤੇ ਦੀ ਅਰਾਧਨਾ ਵਿੱਚ ਜੁਟ ਜਾਂਦੇ ਆ। ਇਸ ਕਰਕੇ ਵੀ ਮਹਾਰਾਜ ਅਸੀਂ ਪਾਪੀ ਹਾਂ, ਅਸੀਂ ਅਪਰਾਧੀ ਹਾਂ, ਗੁਨਹਗਾਰ ਹਾਂ। ਤੇ ਮਤਹੀਣ ਸਾਡੇ ਕੋਲ ਮਹਾਰਾਜ ਸ੍ਰੇਸ਼ਟ ਮਤ ਵੀ ਨਹੀਂ ਹੈ, ਸਾਡੇ ਕੋਲ ਮਹਾਰਾਜ ਆਤਮ ਵਿਸ਼ੈਣੀ ਬੁੱਧ ਵੀ ਨਹੀਂ ਹੈ, ਚੰਗੀ ਮਤ ਵੀ ਨਹੀਂ ਹੈ। ਤੇ ਫਿਰ ਨਿਰਗੁਣ ਗੁਣਾ ਤੋਂ ਹੀਣੇ ਹਾਂ, ਸਾਡੇ ਅੰਦਰ ਇੱਕ ਵੀ ਗੁਣ ਨਹੀਂ ਹੈ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਹੇ ਗਰੀਬ ਨਵਾਜ ਸੰਸਾਰ ਦੀ ਮੋਹ ਮਮਤਾ ਦੇ ਵਿੱਚ ਅਸੀਂ ਗਰਸੇ ਪਏ ਹਾਂ। ਕੋਈ ਵੀ ਸਾਡੇ ਅੰਦਰ ਸ਼ੁਭ ਗੁਣ ਨਹੀਂ ਹੈ, ਕੇਵਲ ਔਗੁਣਾਂ ਨੂੰ ਧਾਰਨ ਕੀਤਾ ਹੈ। ਇੰਨੇ ਵੱਡੇ ਮਹਾਰਾਜ ਅਸੀਂ ਔਗਣ ਹਾਰੇ ਹਾਂ, ਐਸੇ ਨਿਰਗੁਣੇ ਅਸੀਂ ਜੀਵ ਹਾਂ। ਅਨਾਥ ਨੀਚ ਫਿਰ ਮਹਾਰਾਜ ਸਾਡਾ ਕੋਈ ਮਾਲਕ ਵੀ ਨਹੀਂ, ਅਸੀਂ ਅਨਾਥ ਹਾਂ। ਅਨਾਥ ਕਹਿੰਦੇ ਨੇ ਯਤੀਮ ਨੂੰ, ਜਿਸ ਦਾ ਨਾ ਮਾਤਾ ਹੋਵੇ ਤੇ ਨਾ ਪਿਤਾ ਹੋਵੇ ਉਹਨੂੰ ਕਹਿੰਦੇ ਅਨਾਥ ਹੈ। ਅਨਾਥ ਬੱਚਾ ਯਤੀਮ ਹੈ, ਉਹਦਾ ਕੋਈ ਮਾਂ ਪਿਓ ਨਹੀਂ ਹੈ। ਤੇ ਮਹਾਰਾਜ ਨਾ ਹੀ ਸਾਡੇ ਕੋਲ ਸੰਤੋਖ ਰੂਪੀ ਪਿਤਾ ਹੈ ਤੇ ਨਾ ਹੀ ਸਾਡੇ ਕੋਲ ਖੇਮਾ ਰੂਪ ਮਾਂ ਹੈ। ਇਸ ਕਰਕੇ ਵੀ ਅਸੀਂ ਅਨਾਥ ਹਾਂ, ਯਤੀਮ ਹਾਂ। ਨੀਚ ਮਹਾਰਾਜ ਨੀਵੇਂ ਕਰਮ ਕਰਨ ਵਾਲੇ, ਪਾਪ ਕਰਮ ਕਰਨ ਵਾਲੇ ਮਹਾਰਾਜ ਨੀਚ ਕਰਮ ਕਰਨ ਕਰਕੇ ਅਸੀਂ ਨੀਚ ਹਾਂ। ਗੁਣਾ ਤੋਂ ਹੀਣੇ ਹਾਂ, ਅਪਰਾਧੀ ਹਾਂ, ਮਤ ਤੋਂ ਹੀਣੇ ਹਾਂ। ਹੇ ਵੀਰ ਮਹਾਰਾਜ ਸਾਡੇ ਕੋਲ ਚੰਗੀ ਮਤ ਵੀ ਨਹੀਂ ਹੈ ਤੇ ਨਾ ਹੀ ਸਾਡੇ ਕੋਲ ਸ਼ੁਭ ਗੁਣਾ ਰੂਪੀ ਮਹਾਰਾਜ ਮਾਤਾ ਪਿਤਾ ਹਨ। ਇਹ ਨੀਚ ਕਰਮ ਹਰ ਮੇਰੇ। ਹੇ ਗਰੀਬ ਨਵਾਜ ਅਸੀਂ ਸੰਸਾਰ ਦੀ ਮੋਹ ਮਮਤਾ ਵਿੱਚ ਹਰ ਸਮੇਂ ਗਰਸੇ ਰਹਿੰਦੇ ਹਾਂ, ਪਾਪ ਕਰਮ ਕਰਦੇ ਰਹਿੰਦੇ ਹਾਂ, ਨੀਚ ਤੋਂ ਨੀਚ ਕਰਮ ਕਰਦੇ ਹਾਂ। ਸਠ ਕਠੋਰ ਕੁਲਹੀਨ ਫਿਰ ਸਾਧ ਸੰਗਤ ਜੀ ਸੱਠ ਹੁੰਦਾ ਜਿਹੜਾ ਮੂਰਖ ਹੈ, ਬੇਸਮਝ ਹੈ। ਹੇ ਮਹਾਰਾਜ ਅਸੀਂ 60 ਬੇਸਮਝ ਹਾਂ, ਮੂਰਖ ਹਾਂ, ਝੱਲੇ ਹਾਂ। ਕਠੋਰ ਬਾਣੀ ਕਰਕੇ ਵੀ ਬੜੇ ਅਸੀਂ ਕਠੋਰ ਹਾਂ। ਮੁਖ ਤੋਂ ਜਿਹੜਾ ਵੀ ਬਚਨ ਬੋਲਦੇ ਕਠੋਰ ਹੀ ਬੋਲਦੇ ਹਾਂ। ਬੜਾ ਮਹਾਰਾਜ ਕੜਵਾ ਬਚਨ ਅਸੀਂ ਬੋਲਦੇ ਹਾਂ। ਆਪਣਾ ਤਾਂ ਹਿਰਦਾ ਦੁਖੀ ਕਰਦੇ, ਦੂਜਿਆਂ ਦੇ ਹਿਰਦੇ ਨੂੰ ਵੀ ਹਰ ਸਮੇਂ ਦਿਖਾਉਂਦੇ ਰਹਿੰਦੇ ਹਾਂ। ਜਿਵੇਂ ਮਹਾਰਾਜ ਜੀ ਨੇ ਉਚਾਰਨ ਕੀਤਾ ਨਾ ਕਿ ਫਿੱਕੇ ਬੋਲ ਬੋਲਣੇ, ਉਹਨੂੰ ਕਠੋਰ ਸ਼ਬਦ ਕਿਹਾ ਜਾਂਦਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਉਹਦਾ ਤਨ ਵੀ ਤੇ ਮਨ ਵੀ ਫਿੱਕਾ ਪੈਂਦਾ, ਮਨ ਤੇ ਬੜਾ ਗਹਿਰਾ ਅਸਰ ਹੁੰਦਾ ਕਠੋਰ ਸ਼ਬਦਾਂ ਦਾ, ਅਯੋਗ ਲਫ਼ਜ਼ਾਂ ਦਾ। ਇਸ ਕਰਕੇ ਇਹ ਮਹਾਰਾਜ ਜੋ ਮਨ ਕਰਕੇ ਹੇ ਗਰੀਬ ਨਵਾਜ ਅਸੀਂ ਸੱਠ ਹਾਂ, ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ। ਫਿਰ ਬਾਣੀ ਕਰਕੇ ਕਠੋਰ ਹਾਂ, ਹਰ ਸਮੇਂ ਕਠੋਰ ਅਯੋਗ ਲਫ਼ਜ਼ਾਂ ਨੂੰ ਬੋਲਦੇ ਰਹਿੰਦੇ ਹਾਂ। ਤੇ ਚੰਗੀ ਕੁਲ ਵੀ ਨਹੀਂ ਹੈ ਸਾਡੀ ਮਹਾਰਾਜ, ਚੰਗੀ ਕੁਲ ਤੋਂ ਵੀ ਅਸੀਂ ਹੀਣੇ ਹਾਂ। ਵਿਆਪਤ ਮੋਹ ਕੀਚ ਤੇ ਹਰ ਸਮੇਂ ਵਿਆਪਤ ਗ੍ਰਸਤ ਰਹਿੰਦੇ ਹਾਂ। ਕਦੇ ਸਰੀਰਾਂ ਦਾ ਮੋਹ ਹੈ, ਕਦੇ ਮਹਾਰਾਜ ਪਦਾਰਥਾਂ ਦੀ ਮਮਤਾ। ਇਹੋ ਮੋਹ ਮਮਤਾ ਦੇ ਵਿੱਚ ਹਰ ਸਮੇਂ ਅਸੀਂ ਫਸੇ ਰਹਿੰਦੇ ਹਾਂ। ਕੀਚ ਨਾਮ ਕਿਚੜ ਭਾਵ ਕੇ ਚਿੱਕੜ ਦਾ ਹੈ।
ਮੋਹ ਰੂਪੀ ਚਿੱਕੜ ਦੇ ਵਿੱਚ ਹੀ ਹਰ ਸਮੇਂ ਮਹਾਰਾਜ ਅਸੀਂ ਫਸੇ ਰਹਿੰਦੇ ਹਾਂ। ਮੋਹ ਰੂਪੀ ਦਲਦਲ ਦੇ ਵਿੱਚ ਅਸੀਂ ਫਸੇ ਹੋਏ ਹਾਂ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਹਾਰਾਜ ਜੇ ਆਪਣਾ ਬਲ ਕਰਕੇ ਯਤਨ ਕਰਦੇ ਹਨ ਇਸ ਮੋਹ ਮਮਤਾ ਦੀ ਦਲਦਲ ਦੇ ਵਿੱਚੋਂ ਨਿਕਲਣ ਦਾ, ਤੇ ਹੋਰ ਹੀ ਵਿੱਚੇ ਧੱਸਦੇ ਹਾਂ। ਦਲਦਲ ਦੇ ਵਿੱਚ ਕੋਈ ਮਨੁੱਖ ਫਸਿਆ ਹੋਵੇ, ਜੇ ਆਪ ਜ਼ੋਰ ਲਾਵੇ ਤੇ ਹੇਠਾਂ ਨੂੰ ਜਾਂਦਾ ਹੈ। ਜੇ ਬਾਹਰੋਂ ਕੋਈ ਆਸਰਾ ਮਿਲ ਜਾਵੇ ਤੇ ਫਿਰ ਆਸਰੇ ਕਰਕੇ ਨਿਕਲ ਸਕਦਾ ਹੈ। ਤੇ ਜੇ ਮਹਾਰਾਜ ਜੀ ਦੇ ਸ਼ਬਦ ਦਾ ਆਸਰਾ ਮਿਲੇ ਤਾਂ ਮੋਹ ਦੀ ਦਲਦਲ ਦੇ ਵਿੱਚੋਂ ਨਿਕਲ ਸਕਦਾ ਹੈ। ਨਹੀਂ ਤਾਂ ਆਪ ਜਿੰਨੇ ਵੀ ਯਤਨ ਕਰਦਾ ਹੈ ਇਹ ਜੀਵ ਹੋਰ ਵਿਸੇ ਧੱਸਦਾ ਜਾਂਦਾ ਹੈ। ਮੋਹ ਦੀ ਚਿੱਕੜ ਦੇ ਵਿੱਚ ਬਾਰ-ਬਾਰ ਤਿਲਕ ਕਰਕੇ ਵਿੱਚੇ ਰਹਿੰਦਾ, ਬਾਹਰ ਨਿਕਲੇ ਨਹੀਂ ਜਾਂਦਾ। हे ਮਹਾਰਾਜ ਸੱਚੇ ਪਾਤਸ਼ਾਹ, ਇਸ ਕਰਕੇ ਵਿਆਪਤ ਮੋਹ ਕੀਚ, हे ਗਰੀਬ ਨਵਾਜ, ਮੋਹ ਦੇ ਚਿੱਕੜ ਦੇ ਵਿੱਚ ਅਸੀਂ ਫਸੇ ਹੋਏ, ਐਸੇ ਮਤ ਤੋਂ ਹੀਣ ਤੇ ਔਗਣ ਹਾਰੇ ਜੀਵ ਹਾ। ਮਲ ਭਰਮ ਕਰਮ ਅਹੰ ਮਮਤਾ। ਮਨ ਦੇ ਵਿੱਚ ਤਾਂ ਮਹਾਰਾਜ ਸਾਡੇ ਭਰਮ ਪਏ ਹੋਏ ਹਨ। ਮਨ ਤੇ ਭਰਮ ਦਾ ਪਰਦਾ ਪਿਆ ਹੋਇਆ, ਜਿਸ ਕਰਕੇ ਸੱਚ ਦੀ ਪਹਿਚਾਣ ਨਹੀਂ ਹੁੰਦੀ। ਤੇ ਕਰਮ ਸਾਡੇ ਕਿਹੋ ਜਿਹੇ ਆ? ਅਹੰ, ਹੰਕਾਰ ਭਰੇ ਕਰਮ ਕਰਦੇ ਹਾਂ। ਪਦਾਰਥਾਂ ਦੀ ਮਮਤਾ ਸਾਡੇ ਅੰਦਰ ਬਣੀ ਹੋਈ ਹੈ। ਜੋ ਵੀ ਕੋਈ ਮਹਾਰਾਜ ਕਰਮ ਕਰਦੇ ਹਾਂ ਉਹਦਾ ਹੰਕਾਰ ਕਰਦੇ ਹਾਂ ਕਿ ਇਹ ਕਰਮ ਮੈਂ ਕੀਤਾ, ਮੈਂ ਇੰਨਾ ਸਿਮਰਨ ਕੀਤਾ, ਮੈਂ ਇੰਨਾ ਬੰਦਗੀ ਕੀਤੀ ਹੈ, ਮੈਂ ਇੰਨਾ ਜਪ ਤਪ ਕੀਤਾ। ਇਹ ਸਾਰਾ ਹੰਕਾਰ ਹੈ। ਮਹਾਰਾਜ ਮੈਂ ਇੰਨਾ ਗੁਰੂ ਘਰ ਦੇ ਵੀ ਸੇਵਾ ਕੀਤੀ ਜਾਂ ਕਰਵਾ ਲਈ ਹੈ, ਇੰਨੇ ਪੈਸੇ ਮੈਂ ਗੁਰੂ ਚਰਨਾਂ ਵਿੱਚ ਅਰਪਣ ਕੀਤੇ ਹੈ, ਇਹ ਮੈਂ ਹੀ ਬੰਦੇ ਨੂੰ ਲੈ ਡੁੱਬਦੀ ਹੈ। ਇਹ ਗਰੀਬ ਨਵਾਜ, ਕਰਮ ਅਹੰ, ਇਹ ਜਿਹੜੇ ਹੰਕਾਰ ਦੇ ਅਹੰ ਬੁੱਧੀ ਕਰਕੇ ਜਿਹੜੇ ਕਰਮ ਕਰਦੇ ਹਨ ਕਰਕੇ ਸੰਸਾਰ ਦੇ ਅੰਦਰ ਪਦਾਰਥਾਂ ਦੀ ਮਮਤਾ ਮੇਰ ਦੇਰ ਦੇ ਵਿੱਚ ਹਰ ਸਮੇਂ ਫਸੇ ਰਹਿੰਦੇ ਹਾਂ। ਤੇ ਜੋ ਮਨੁੱਖ ਕਰਮ ਚੰਗੇ ਕਰਮ ਕਰਕੇ ਵੀ ਹੰਕਾਰ ਕਰਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਸ ਪ੍ਰਥਾਏ ਉਚਾਰਨ ਕੀਤਾ ਹੈ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨਿਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ। ਹਾਥੀ ਦੇ ਇਸ਼ਨਾਨ ਕਰਨ ਦੀ ਤਰ੍ਹਾਂ ਹੈ। ਭਾਵੇਂ ਦਾਨ ਪੁੰਨ ਵੀ ਕਰਦਾ, ਤੀਰਥਾਂ ਤੇ ਇਸ਼ਨਾਨ ਵੀ ਕਰਦਾ, ਪਰ ਜੇ ਚੰਗੇ ਕਰਮ ਕਰਕੇ ਹੰਕਾਰ ਕਰਦਾ ਕਿ ਮੈਂ ਕੀਤਾ, ਮਹਾਰਾਜ ਕਹਿੰਦੇ ਜਿਵੇਂ ਹਾਥੀ ਨਹਾ ਕੇ ਫਿਰ ਘੱਟੇ ਵਿੱਚ ਲੇਟਣ ਲੱਗ ਪੈਂਦਾ ਨਾ, ਏਦਾਂ ਫਿਰ ਜਾਣਾ ਹਉਮੈ ਦੀ ਸਵਾਹ ਆਪਣੇ ਸ਼ੀਸ਼ ਦੇ ਉੱਪਰ ਜੀਵ ਪਾ ਲੈਂਦਾ। ਹਉਮੈ ਕਰਕੇ ਫਿਰ ਜਾਣੋ ਕਿ ਹਉਮੈ ਦੀ ਗੰਦਗੀ ਦੇ ਵਿੱਚ ਹੀ ਲੇਟਣ ਲੱਗ ਪੈਂਦਾ ਹੈ। ਗਰੀਬ ਨਵਾਜ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, हे ਪ੍ਰਮਾਤਮਾ, ਸਾਡੇ ਮਨ ਤੇ ਭਰਮ ਦਾ ਪਰਦਾ ਪਿਆ ਹੋਇਆ ਹੈ। ਕਰਮ ਵੀ ਮਹਾਰਾਜ ਅਹੰ ਹੰਕਾਰ ਭਰੇ ਸੀ ਕਰਦੇ ਹਾਂ, ਪਦਾਰਥਾਂ ਦੀ ਮਮਤਾ ਲੱਗੀ ਹੋਈ ਹੈ। ਮਰਨ ਚੀਤ ਨਾ ਆਵੇ। ਤੇ ਮਰਨਾ ਤਾਂ ਸਾਨੂੰ ਕਦੇ ਚੇਤੇ ਆਉਂਦਾ ਹੀ ਨਹੀਂ ਹੈ। ਚੰਗੇ ਚੰਗੇ ਪਕਵਾਨ ਛਕਦੇ ਹਾਂ, ਪੀਣ ਵਾਲੇ ਪਦਾਰਥ ਪੀਂਦੇ ਹਾਂ, ਮਹਾਰਾਜ ਪਹਿਨਣ ਵਾਲੇ ਕੱਪੜੇ ਵੀ ਪਹਿਨਦੇ ਹਾਂ, ਫਿਰ ਸੰਸਾਰ ਭਰ ਦੀਆਂ ਗੱਲਾਂ ਬਾਤਾਂ ਵੀ ਕਰਦੇ ਹਾਂ, ਪਰ ਮਰਨਾ ਤਾਂ ਮਹਾਰਾਜ ਸਾਨੂੰ ਵਿਸਰ ਹੀ ਗਿਆ ਹੈ, ਭੁੱਲ ਹੀ ਚੁੱਕਾ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਵਾਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਮਹਾਰਾਜ ਕਹਿੰਦੇ ਉਹ ਜੀਵਨ ਨੂੰ ਲਾਹਣਤ ਹੈ, ਫਿਟਕਾਰਾਂ ਨੇ, ਕਦੇ ਵੀ ਰਹਿਣ ਵਾਲਾ ਨਹੀਂ ਹੈ। ਜਿਹੜਾ ਹਰ ਸਮੇਂ ਕੇਵਲ ਮਨੁੱਖ ਖਾਂਦਾ ਪੀਂਦਾ ਰਹਿੰਦਾ, ਗੱਲਾਂ ਬਾਤਾਂ ਤੇ ਖਾ ਲਿਆ ਸੌ ਲਿਆ, ਬਸ ਇਹੋ ਜ਼ਿੰਦਗੀ ਨੂੰ ਸਮਝਿਆ ਕਿ ਬਸ ਇਹੋ ਜ਼ਿੰਦਗੀ ਦਾ ਸੁੱਖ ਹੈ। ਮਹਾਰਾਜ ਕਹਿੰਦੇ ਹਨ ਇਹ ਤ੍ਰਿਗਾਕਾਰ ਜੀਵਨ ਨੂੰ ਫਿਟਕਾਰਾਂ ਨੇ, ਜੋ ਪ੍ਰਮਾਤਮਾ ਦਾ ਭਜਨ ਨਹੀਂ ਕਰਦਾ, ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦਾ, ਰੱਬ ਦਾ ਧੰਨਵਾਦ ਨਹੀਂ ਨਾ ਕਦੇ ਕਰਦਾ, ਉਹਦੇ ਜੀਵਨ ਨੂੰ ਫਿਟਕਾਰਾਂ ਨੇ ਲਾਹਣਤਾਂ ਹਨ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਨ ਚੀਤ ਨਾ ਆਵੇ। ਇਉਂ ਬੇਨਤੀਆਂ ਕਰੀਏ, ਹੈ ਮਹਾਰਾਜ ਮਰਨਾ ਨਹੀਂ ਸਾਨੂੰ ਚੇਤੇ ਆਉਂਦਾ। ਕਿਉਂ ਨਹੀਂ ਚੇਤੇ ਆਉਂਦਾ? ਜੇ ਚੇਤੇ ਆਵੇ ਤੇ ਫਿਰ ਰੱਬ ਨੂੰ ਯਾਦ ਕਰੇ। ਸਾਧ ਸੰਗਤ ਜੀ, ਇੱਕ ਮੌਤ ਚੇਤੇ ਹੋਵੇ ਤੇ ਸਾਧ ਸੰਗਤ ਰੱਬ ਦਾ ਭੈ ਹੋਵੇ ਤੇ ਕਦੇ ਵੀ ਜੀਵ ਪਰਮਾਤਮਾ ਨੂੰ ਵਿਸਾਰੇ ਨਾ। ਮੌਤ ਨਹੀਂ ਨਾ ਚੇਤੇ ਆਉਂਦੀ, ਰੱਬ ਦਾ ਭੈ ਨਹੀਂ ਹੁੰਦਾ, ਤਾਂ ਹੀ ਪਾਪ ਕਰਮ ਕਰਦਾ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ, ਮੈਨੂੰ ਕਿਹੜਾ ਕੋਈ ਸੁਣ ਰਿਹਾ। ਪਾਪ ਕਰਮ ਕਰਦਾ, ਪਾਪ ਚਿਤਵਦਾ ਰਹਿੰਦਾ, ਤਾਂ ਹੀ ਤਾਂ ਇਹ ਬੁਰੇ ਕਰਮ ਕਰਦਾ ਹੈ। ਜੇ ਮਹਾਰਾਜ
ਤੁਹਾਡੀ ਯਾਦ ਹੋਵੇ, ਤੁਹਾਡਾ ਭੈ ਹੋਵੇ ਸਾਡੇ ਮਨ ਅੰਦਰ ਕਿ ਵਾਹਿਗੁਰੂ ਸਰਬ ਵਿਆਪਕ ਹੈ, ਹਰ ਸਮੇਂ ਮੈਨੂੰ ਦੇਖਦਾ, ਹਰ ਸਮੇਂ ਸੁਣਦਾ, ਫਿਰ ਪਾਪ ਕਰਮ ਕਿਉਂ ਕਰੇ। ਮਹਾਰਾਜ ਅੱਗੋਂ ਦੇਖੈ ਪਿਛੋਂ ਦੇਖੈ, ਤੁਝ ਤੇ ਕਹਾ ਛੁਪਾਵੈ। ਜੇ ਐਸਾ ਭੈ ਮਨ ਵਿੱਚ ਬਣ ਜਾਵੇ, ਮਹਾਰਾਜ ਤੁਹਾਡੇ ਤੋਂ ਕੌਣ ਮੈਨੂੰ ਛੁਪਾ ਸਕਦਾ ਹੈ। ਤੁਸੀਂ ਤਾਂ ਸਭ ਥਾਵਾਂ ਤੇ ਮੈਨੂੰ ਦੇਖਦੇ ਹੋ, ਸੁਣਦੇ ਹੋ, ਮੈਂ ਕਿਉਂ ਪਾਪ ਕਰਮ ਕਰਾਂਗਾ, ਮੈਨੂੰ ਫਲ ਭੋਗਣਾ ਪਵੇਗਾ। ਫਿਰ ਜੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ, ਪਰ ਮਹਾਰਾਜ ਸਾਨੂੰ ਤਾਂ ਮਰਨਾ ਵੀ ਚੇਤਾ ਭੁੱਲ ਚੁੱਕਾ ਹੈ ਕਿ ਸਾਡੀ ਮੌਤ ਵੀ ਆਉਣੀ ਹੈ। ਬਨਤਾ ਬਿਨੋਦ ਆਨੰਦ ਮਾਇਆ। ਬਨਤਾ ਨਾਮ ਇਸਤਰੀ ਦਾ ਹੈ। ਮਹਾਰਾਜ ਇਸਤਰੀ ਦੇ ਘਰ ਵਾਲੀ ਦੇ ਵਿਨੋਦ ਕੌਤਕਾਂ ਦੀ ਵਿੱਚ ਹੀ ਸਾਡਾ ਮਨ ਹਰ ਸਮੇਂ ਪਰਚਿਆ ਰਹਿੰਦਾ ਹੈ ਕਿ ਬੜਾ ਆਨੰਦ ਹੈ ਪਰਿਵਾਰ ਦੇ ਵਿੱਚ। ਇਹ ਮਹਾਰਾਜ ਪਰਿਵਾਰ ਦੇ ਕੁਟੁੰਬ ਦੇ ਹਰ ਸਮੇਂ ਕੌਤਕਾਂ ਦੇ ਵਿੱਚ ਹੀ ਸਾਡਾ ਮਨ ਪਰਚਿਆ ਰਹਿੰਦਾ ਹੈ। ਹਰ ਸਮੇਂ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਿੱਚ ਹੀ ਲੱਗਾ ਰਹਿੰਦਾ। ਆਨੰਦ ਮਾਇਆ ਤੇ ਪ੍ਰਤੱਖ ਵੀ ਮਾਇਆ ਨੂੰ ਇਕੱਠੀ ਕਰਨ ਦਾ ਕਹਿੰਦੇ ਮਹਾਰਾਜ ਬੜਾ ਆਨੰਦ ਹੈ। ਬਹੁਤੀ ਕਮਾਈ ਕਰਕੇ ਕਹਿੰਦੇ ਹਾਂ ਮਹਾਰਾਜ ਬੜਾ ਸਾਨੂੰ ਆਨੰਦ ਹੈ। ਕੇਵਲ ਇਸੇ ਨੂੰ ਸੰਸਾਰ ਦੇ ਅੰਦਰ ਆਨੰਦ ਮੰਨੀ ਬੈਠੇ ਹਾਂ। ਅਗਿਆਨਤਾ ਲਪਟਾਵੇ। ਇਹ ਕੀ ਕਾਰਨ ਹੈ ਇਹਨਾਂ ਵਿੱਚ ਲਪਟਣ ਦਾ। ਪ੍ਰਤੱਖ ਵੀ ਹਰ ਸਮੇਂ ਮਾਇਆ ਦੇ ਵਿੱਚ ਜਾਂ ਬਨਤਾ ਦੇ ਕੌਤਕ, ਇਸ ਸੰਸਾਰ ਦੇ ਚੂਜਾਂ ਦੇ ਵਿੱਚ ਅਗਿਆਨਤਾ। ਮਹਾਰਾਜ ਕਹਿੰਦੇ ਅਗਿਆਨਤਾ ਲਪਟਾਵੇ। ਮਤ ਤੇ ਭਰਮ ਦਾ ਪੜਦਾ ਪਿਆ ਹੋਇਆ ਹੈ। ਇਹ ਜੀਵ ਅਗਿਆਨ ਭਰਮ ਦਾ ਸ਼ਿਕਾਰ ਹੋਇਆ ਪਿਆ ਹੈ। ਅਗਿਆਨਤਾ ਕਰਕੇ ਜੀਵ ਹਰ ਸਮੇਂ ਲਪਟਿਆ ਰਹਿੰਦਾ ਹੈ, ਰੱਬ ਨੂੰ ਕਦੇ ਵੀ ਚੇਤੇ ਨਹੀਂ ਕਰਦਾ। ਸਾਧ ਸੰਗਤ ਜੀ, ਕਮਾਈ ਕਰਨੀ ਮਾੜੀ ਗੱਲ ਨਹੀਂ ਹੈ, ਧਰਮ ਦੀ ਕਿਰਤ ਕਰਨੀ। ਪੈਸੇ ਤੋਂ ਬਿਨਾਂ ਵੀ ਨਹੀਂ ਸਰਦਾ, ਕਦਮ ਵੀ ਬੰਦਾ ਬਾਹਰ ਨਹੀਂ ਪੁੱਟਦਾ ਪੈਸੇ ਤੋਂ ਬਿਨਾਂ ਵੀ। ਪਰ ਜੇ ਜ਼ਿੰਦਗੀ ਹੀ ਪੈਸਾ ਬਣਾ ਲਵੇ ਕਿ ਕੇਵਲ ਪੈਸਾ ਹੀ ਜ਼ਿੰਦਗੀ ਹੈ, ਕੇਵਲ ਵਿਸ਼ੇ ਸੁਖ ਹੀ ਸੰਸਾਰ ਦੇ ਜੀਵਨ ਹੈ, ਉਹ ਮਾੜਾ ਹੀ ਹੈ। ਫਿਰ ਉਹ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ। ਪਰਮੇਸ਼ਰ ਨੂੰ ਵਿਸਾਰ ਕੇ ਤੇ ਸੰਸਾਰ ਦੇ ਅੰਦਰ ਕੇਵਲ ਜੁੜਿਆ ਰਹਿੰਦਾ ਹੈ। ਹਰ ਸਮੇਂ ਸੰਸਾਰ ਰੂਪੀ ਮੋਹ ਮਮਤਾ ਦੀ ਗਿਲੜ ਦੇ ਵਿੱਚ ਹੀ ਹਰ ਸਮੇਂ ਜ਼ਿੰਦਗੀ ਆਪਣੀ ਬਤੀਤ ਕਰਦਾ ਰਹਿੰਦਾ ਹੈ। ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਹਨ ਕਿ ਅਗਿਆਨ ਦਾ ਸ਼ਿਕਾਰ ਹੋਣੇ ਕਰਕੇ ਜੀਵ ਹਰ ਸਮੇਂ ਲਪਟਿਆ ਰਹਿੰਦਾ ਹੈ। ਭਾਵੇਂ ਧੀਆਂ ਪੁੱਤਰਾਂ ਦੀ ਮੋਹ ਮਮਤਾ ਹੈ, ਪਰਿਵਾਰ ਦਾ ਹੈ, ਇਸਤਰੀ ਦੇ ਕੌਤਕ ਹੈ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਭਾਵੇਂ ਪ੍ਰਤੱਖ ਧਨ ਪੈਸੇ ਹੈ, ਭਾਵੇਂ ਜੜ ਮਾਇਆ ਤੇ ਭਾਵੇਂ ਚੇਤਨ ਮਾਇਆ। ਇੱਕ ਜੜ ਮਾਇਆ ਹੁੰਦੀ ਜਿਹੜੇ ਪ੍ਰਤੱਖ ਪੈਸੇ ਧਨ ਡਾਲਰ ਹੈ, ਇੱਕ ਚੇਤਨ ਮਾਇਆ। ਤੇ ਹਜੂਰ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤਾ, ਜਿਸ ਵਿੱਚ ਮਨ ਪਰਚਨੇ ਕਰਕੇ ਪਰਮਾਤਮਾ ਭੁੱਲਦਾ, ਉਹ ਸਾਰਾ ਕੁਝ ਜਾਣੋ ਕਿ ਮਾਇਆ ਰੂਪ ਹੈ। ਸਾਰੀ ਸ੍ਰਿਸ਼ਟੀ ਦੇ ਵਿੱਚ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਾ ਜਾਵੇ, ਜੇ ਰੱਬ ਦੀ ਯਾਦ ਭੁੱਲਦੀ ਹੈ ਨਾ ਹਿਰਦੇ ਵਿੱਚੋਂ, ਉਹ ਜਾਣੋ ਕਿ ਮਾਇਆ ਦਾ ਰੂਪ ਹੈ। ਉਹ ਭਾਵੇਂ ਪ੍ਰਤੱਖ ਪੈਸੇ ਹੈ, ਭਾਵੇਂ ਸਾਡੇ ਆਪਣੇ ਧੀਆਂ ਪੁੱਤਰ ਹੈ, ਭਾਵੇਂ ਆਪਣਾ ਸਰੀਰ ਨੂੰ ਪਾਲਣ ਪੋਸ਼ਣ ਦੇ ਵਿੱਚ ਹੀ ਲੱਗੇ ਰਹਿੰਦੇ, ਸਵਾਲਣ ਵਿੱਚ ਲੱਗੇ ਰਹਿੰਦੇ ਆ। ਜੇ ਰੱਬੀ ਯਾਦ ਵਿਸਰਦੀ ਹੈ, ਮਹਾਰਾਜ ਕਹਿੰਦੇ ਇਹੋ ਮਾਇਆ ਜਿਤ ਹਰ ਵਿਸਰੈ, ਜਿਹਦੇ ਕਰਕੇ ਪ੍ਰਮਾਤਮਾ ਵਿਸਰਦਾ ਪਿਆ। ਇਹੋ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇੱਕ ਵਾਹਿਗੁਰੂ ਦਾ ਪਿਆਰ ਵਿਸਰਦਾ ਪਿਆ ਤੇ ਹੋਰ ਮੋਹ ਮਮਤਾ ਮਨ ਵਿੱਚ ਪ੍ਰਵੇਸ਼ ਕਰੀ ਜਾ ਰਹੀ ਹੈ। ਇਹ ਜਾਣੋ ਕਿ ਸਭ ਮਾਇਆ ਦਾ ਰੂਪ ਹੈ ਤੇ ਸਭ ਕੁਝ ਅਗਿਆਨਤਾ ਲਪਟਾਵੇ। ਜੀਵ ਦੇ ਅਗਿਆਨਤਾ ਕਰਕੇ ਹੀ ਮਹਾਰਾਜ ਕਹਿੰਦੇ ਹਰ ਸਮੇਂ ਇਹ ਪਰਚਿਆ ਰਹਿੰਦਾ ਹੈ। ਖਿਸੈ ਜੋਬਨ ਬਧੈ ਜਰਵਾ। ਬੇਨਤੀਆਂ ਕਰੀਏ ਹੈ ਪ੍ਰਮਾਤਮਾ, ਖਿਸੈ ਜੋਬਨ, ਸਾਡੀ ਜਵਾਨੀ ਦੀ ਅਵਸਥਾ ਖਿਸਦੀ ਜਾ ਰਹੀ ਹੈ, ਖਿਸਕਦੀ ਜਾ ਰਹੀ ਹੈ, ਭਾਵ ਘਟਦੀ ਜਾ ਰਹੀ ਹੈ। ਬਧੈ ਜਰੂਆ, ਜਰੂਆ ਮਹਾਰਾਜ ਬੁਢੇਪਾ ਸਾਡਾ ਵੱਧਦਾ ਜਾ ਰਿਹਾ ਹੈ। ਜੋਬਨ ਦੀ ਜਵਾਨੀ ਦੀ ਅਵਸਥਾ ਘਟਦੀ ਜਾ ਰਹੀ ਹੈ, ਫਿਰ ਜੋਬਨ ਦੀ ਅਵਸਥਾ ਵੱਧਦੀ ਜਾ ਰਹੀ ਹੈ। ਕਿਉਂਕਿ ਜਵਾਨੀ ਤੋਂ ਬਾਅਦ ਢਲਦੀ ਜਵਾਨੀ ਹੈ, ਫਿਰ ਸਹਿਜੀ ਸਹਿਜੀ ਬਿਰਧ ਅਵਸਥਾ ਦੇ ਵੱਲ ਜੀਵ ਖਿਸਕਦਾ ਜਾਂਦਾ ਹੈ। ਅਵਸਥਾ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ। ਮਹਾਰਾਜ ਜਵਾਨੀ ਤੋਂ ਹੁਣ ਬਿਰਧ ਅਵਸਥਾ ਵਾਲੇ ਪਾਸੇ ਸਾਡੀ ਅਵਸਥਾ ਖਿਸਕਦੀ ਜਾ ਰਹੀ ਹੈ। ਦਿਨ ਨਿਹਾਰੇ ਸੰਗ ਮੀਚ। ਮੀਚ ਨਾਮ ਮੌਤ ਦਾ ਹੈ।
ਮੌਤ ਵੀ ਸਾਡੇ ਦਿਨ ਨਿਹਾਰਦੀ ਪਈ ਹੈ, ਦੇਖਦੀ ਪਈ ਹੈ ਕਿ ਕਦੋਂ ਦਿਨ ਪੂਰੇ ਹੋਣ ਤੈਨੂੰ ਮੈਂ ਝਪਟ ਮਾਰ ਕੇ ਖਾ ਜਾਵਾਂ। ਸਤਿਗੁਰੂ ਜੀ ਦਾ ਬਚਨ ਹੈ ਗੁਰਬਾਣੀ ਅੰਦਰ, ਕਹਿੰਦੇ ਹਨ ਕਿ ਇਹ ਜੀਵ ਜਿਹੜਾ ਹੈ ਨਾ ਚੂਹੇ ਦੀ ਤਰ੍ਹਾਂ ਹੈ। ਪਰਮਾਤਮਾ ਨੇ ਚੂਹੇ ਦੀ ਤਰ੍ਹਾਂ ਬਣਾਇਆ। ਮੌਤ ਰੂਪੀ ਬਿੱਲੀ ਹਰ ਸਮੇਂ ਝਾਕਦੀ ਰਹਿੰਦੀ ਹੈ ਕਿ ਮੌਕਾ ਤਾੜ ਕੇ ਝਪਟ ਮਾਰ ਕੇ ਇਹਨੂੰ ਮੈਂ ਖਾ ਜਾਵਾਂ। ਜਿਵੇਂ ਬਿੱਲੀ ਸਹਿ ਮਾਰ ਕੇ ਬੈਠੀ ਹੁੰਦੀ ਹੈ ਨਾ ਕਿ ਚੂਹਾ ਜਦੋਂ ਦਿਖਦਾ ਹੈ ਪੰਜਾ ਮਾਰ ਕੇ ਉਸੇ ਸਮੇਂ ਝਪਟ ਮਾਰ ਦਿੰਦੀ ਹੈ। ਏਦਾਂ ਮਹਾਰਾਜ ਕਹਿੰਦੇ ਜੀਵ ਦੀ ਇਦਾਂ ਦੀ ਹਾਲਤ ਹੈ। ਮੀਚ ਬਿਲਈਆ ਖਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਮੂਸਾ ਚੂਹੇ ਨੂੰ ਕਿਹਾ ਜਾਂਦਾ ਕਿ ਮਾਨਸ ਬਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਮੌਤ ਰੂਪੀ ਬਿੱਲੀ ਹਰ ਸਮੇਂ ਦਿਨ ਨਿਹਾਰਦੀ ਰਹਿੰਦੀ ਹੈ ਕਿ ਕਿਹੜਾ ਸਮਾਂ ਮਿਲੇ ਮੈਂ ਮੌਕਾ ਤਾੜ ਕੇ ਇਹਨੂੰ ਝਪਟ ਮਾਰ ਕੇ ਚੱਬ ਜਾਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੇਨਤੀ ਕਰਨ ਦੀ ਜਾਤ ਦੱਸ ਰਹੇ ਹੈ, ਗਰੀਬ ਨਵਾਜ ਕਿਸੈ ਜੋਬਨ ਵਧੈ ਜਰੂਆ, ਦਿਨ ਨਿਹਾਰੇ ਸੰਗ ਮੀਚ। ਮੌਤ ਹਰ ਸਮੇਂ ਮਹਾਰਾਜ ਸਾਡੇ ਦਿਨ ਨਿਹਾਰਦੀ ਪਈ ਹੈ, ਸਾਡਾ ਸਮਾਂ ਤੱਕਦੀ ਪਈ ਹੈ ਕਦੋਂ ਪਰਾਰਬਧ ਪੂਰੀ ਹੋਵੇ ਤੇ ਜੀਵ ਨੂੰ ਮੈਂ ਖਾ ਜਾਵਾਂ। ਕਿਉਂਕਿ ਦਿਨਾਂ ਤੋਂ ਪਹਿਰ, ਪਹਿਰਾਂ ਤੋਂ ਘੜੀਆਂ ਸਾਧ ਸੰਗਤ ਜੀ ਆਰਬਲਾ ਘਟਦੀ ਜਾ ਰਹੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਪ ਕਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਸੋ ਦਿਨ ਆ ਮਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋ ਹੈ ਕਾ। ਮਹਾਰਾਜ ਕਹਿੰਦੇ ਉਹ ਦਿਨ ਤੇੜੇ ਤੇ ਆਉਣ ਵਾਲਾ ਹੈ। ਮਹਾਰਾਜ ਕਿਹੜਾ ਦਿਨ ਹੈ? ਸਤਿਗੁਰੂ ਜੀ ਕਹਿੰਦੇ ਜਿਹੜਾ ਤੇਰੇ ਵੱਡੇ ਵਡੇਰਿਆਂ ਤੇ ਆਇਆ ਸੀ। ਉਹ ਮੌਤ ਦਾ ਦਿਨ ਤੇਰੇ ਤੇ ਵੀ ਆਉਣ ਵਾਲਾ ਹੈ। ਜਿਹੜੇ ਸੰਸਾਰ ਦੇ ਅੰਦਰ ਜਿਨ੍ਹਾਂ ਦੀ ਮੋਹ ਮਮਤਾ ਦੇ ਵਿੱਚ ਬੱਝਾ ਹੋਇਆ, ਇਹ ਮਾਤਾ ਪਿਤਾ ਧੀਆਂ ਪੁੱਤਰ ਪਰਿਵਾਰ ਸਖੇ ਸੰਬੰਧੀ ਕਿਸੇ ਨੇ ਵੀ ਕਹਿਣਾ ਕਿ ਸਾਡਾ ਹੀ ਹੈ। ਸਭ ਨੇ ਡੱਕੇ ਤੋੜ ਕੇ ਲਾਂਭੇ ਹੋ ਜਾਣਾ। ਸੋ ਇਸ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ, ਦਿਨ ਨਿਹਾਰੇ ਸੰਗ ਮੇਚ। ਮਹਾਰਾਜ ਮੌਤ ਸਦਾ ਹੀ ਸਾਡੇ ਨਾਲ ਰਹਿੰਦੀ ਹੈ, ਸਾਡੇ ਦਿਨ ਨਿਹਾਰਦੀ ਰਹਿੰਦੀ ਹੈ। ਹਰ ਸਮੇਂ ਸਾਡੀ ਮਹਾਰਾਜ ਉਮਰ ਹੀ ਦੇਖਦੀ ਰਹਿੰਦੀ ਹੈ। ਬਿਨਵੰਤ ਨਾਨਕ ਆਸ ਤੇਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨੇ, ਹੇ ਗੁਰਸਿੱਖ ਬੇਨਤੀ ਕਰ ਪ੍ਰਮਾਤਮਾ ਦੇ ਸਨਮੁਖ ਹੋ ਕੇ, ਐ ਪ੍ਰਮਾਤਮਾ ਬਿਨਵੰਤ ਨਾਨਕ ਆਸ ਤੇਰੀ। ਕੇਵਲ ਮਹਾਰਾਜ ਤੁਹਾਡੀ ਪ੍ਰਾਪਤੀ ਦੀ ਸਾਡੇ ਮਨ ਵਿੱਚ ਆਸਾ ਹੈ, ਤੁਹਾਡੇ ਸਰੂਪ ਦੀ ਸਾਨੂੰ ਪ੍ਰਾਪਤੀ ਹੋ ਜਾਵੇ। ਇਹ ਲੰਬੇਰੇ ਸਮੇਂ ਤੋਂ ਮਹਾਰਾਜ ਸਾਡੇ ਮਨ ਵਿੱਚ ਆਸ ਲੱਗੀ ਹੈ। ਸਰਣ ਸਾਧੂ ਰਾਖ ਨੀਚ। ਹੇ ਮਹਾਰਾਜ ਸਾਨੂੰ ਨੀਚਾਂ ਨੂੰ, ਨੀਚ ਕਰਮ ਕਰਨ ਵਾਲਿਆਂ ਨੂੰ, ਨੀਚ ਸੋਚ ਵਾਲਿਆਂ ਨੂੰ, ਮਹਾਰਾਜ ਨੀਚਾ ਸੋਚਣ ਵਾਲਿਆਂ ਨੂੰ, ਨੀਚ ਕਰਮ ਕਰਨ ਵਾਲਿਆਂ ਨੂੰ ਆਪਣੇ ਸਾਧੂ ਜਨਾਂ ਦੀ ਸ਼ਰਨ ਵੀ ਸਾਨੂੰ ਰੱਖ ਲਓ। ਹੇ ਗਰੀਬ ਨਵਾਜ ਸਾਨੂੰ ਅਪਰਾਧੀਆਂ ਨੂੰ, ਮਤ ਤੋਂ ਹੀਣਿਆਂ ਨੂੰ, ਪਾਪ ਕਰਮ ਕਰਨ ਵਾਲੇ ਪਾਪੀ ਜੀਵਾਂ ਨੂੰ, ਅਕਿਰਤ ਘਣਾ ਨੂੰ, ਹੇ ਗਰੀਬ ਨਵਾਜ ਔਗਣ ਹਾਰਿਆਂ ਨੂੰ, ਸਾਧੂ ਜਨਾਂ ਦੀ ਆਪਣੀ ਪਿਆਰੀ ਸਾਧ ਸੰਗਤ ਦੇ ਵੀ ਸਾਨੂੰ ਰੱਖ ਲਓ ਮਹਾਰਾਜ, ਜਿਸ ਕਰਕੇ ਸਾਡਾ ਵੀ ਉਧਾਰ ਹੋ ਜਾਵੇਗਾ। ਬੜੇ ਬੜੇ ਪਾਪ ਕਰਮ ਕਰਨ ਵਾਲੇ ਪਾਪੀ ਜੀਵ ਮਹਾਰਾਜ ਦੀ ਸੰਗਤ ਵਿੱਚ ਮਿਲ ਕਰਕੇ ਉਹਨਾਂ ਦਾ ਉਧਾਰ ਹੋਇਆ, ਜਿਨ੍ਹਾਂ ਨੂੰ ਚੰਗੀ ਸੰਗਤ ਦੇ ਜੀਵਨ ਵਿੱਚ ਪ੍ਰਾਪਤੀ ਹੋਈ ਹੈ। ਭਾਵੇਂ ਬਹੁਤੇ ਪਾਪ ਕਰਮ ਜ਼ਿੰਦਗੀ ਵਿੱਚ ਕੀਤੇ ਸਨ, ਪਰ ਸਾਧ ਸੰਗਤ ਜੀ ਐਸਾ ਸੰਗਤ ਦਾ ਪ੍ਰਤਾਪ ਹੈ, ਐਸਾ ਸੰਗਤ ਦਾ ਰੰਗ ਹੈ ਕਿ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ, ਜੀਵ ਦਾ ਉਧਾਰ ਹੋ ਜਾਂਦਾ ਹੈ। ਭਰਮੇ ਜਨਮ ਅਨੇਕ। ਹੇ ਪ੍ਰਮਾਤਮਾ ਜੀ 1 2 4 ਜਾਂ 5 7 ਨਹੀਂ, ਅਨੇਕਾਂ ਹੀ ਜਨਮਾਂ ਦੇ ਵਿੱਚ ਭਰਮਦੇ ਆਏ ਹਾਂ। ਭਰਮੇ ਜਨਮ ਅਨੇਕ, ਅਨੇਕਾਂ ਹੀ ਜਨਮ ਮਹਾਰਾਜ ਅਸੀਂ ਭਰਮਦੇ ਆਏ ਆ। ਪਤਾ ਨਹੀਂ ਕਿਹੜੇ ਕਿਹੜੇ ਜਨਮ ਇੱਕ ਇੱਕ ਜੂਨ ਦੇ ਵਿੱਚ ਕਿੰਨੇ ਕੋ ਧਾਰਨ ਕੀਤੇ ਸਨ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਕੀੜੇ ਪਤੰਗਿਆਂ, ਹਾਥੀਆਂ, ਠੂਹਿਆਂ, ਪਤਾ ਨਹੀਂ ਕਿਹੜੀਆਂ ਕਿਹੜੀਆਂ ਸੱਪਾਂ ਦੀਆਂ ਜੂਨਾਂ
ਕਿੰਨੇ ਕਿੰਨੇ ਜਨਮ ਧਾਰਨ ਕੀਤੇ ਸਨ। ਹੁਣ ਮਹਾਰਾਜ ਆਪ ਨੇ ਕਿਰਪਾ ਕੀਤੀ ਹੈ, ਮਨੁੱਖਾ ਜੀਵਨ ਬਖਸ਼ਿਆ ਹੈ, ਆਪਣੇ ਚਰਨਾਂ ਦੇ ਨਾਲ ਸਾਨੂੰ ਕਿਰਪਾ ਕਰਕੇ ਜੋੜ ਲਓ। ਹੇ ਮਹਾਰਾਜ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਮਹਾਰਾਜ, ਮਾੜੇ ਕਰਮਾਂ ਕਰਕੇ ਤੁਹਾਡੇ ਤੋਂ ਵਿਛੜੇ ਹਾਂ, ਹੁਣ ਆਪ ਨੇ ਕਿਰਪਾ ਕੀਤੀ ਹੈ, ਮਾਨਸ ਜੀਵਨ ਬਖਸ਼ਿਆ ਤੇ ਆਪਣੇ ਚਰਨਾਂ ਦੇ ਨਾਲ ਜੋੜ ਲਓ। ਮਹਾਰਾਜ, ਆਪਣੇ ਸ਼ਬਦ ਦਾ ਆਸਰਾ ਦੇ ਕਰਕੇ ਸਾਨੂੰ ਭਵ ਸਾਗਰ ਤੋਂ ਪਾਰ ਕਰ ਦੇਵੋ, ਕਿਉਂਕਿ ਭਰਮੇ ਜਨਮ ਅਨੇਕ, ਅਨੇਕਾਂ ਜਨਮਾਂ ਦੇ ਵਿੱਚ ਮਹਾਰਾਜ ਭਰਮ ਕੇ ਆਏ ਹਾਂ। ਸੰਕਟ ਮਹਾਜੋਨ। ਇਹ ਜਿਹੜਾ ਜੂਨਾਂ ਦਾ 84 ਲੱਖ ਜੂਨਾਂ ਦਾ ਜਿਹੜਾ ਸੰਕਟ ਦੁੱਖ ਹੈ ਨਾ, ਬੜਾ ਭਾਰੀ ਹੈ, ਬੜਾ ਡਾਢਾ ਹੈ। ਪਤਾ ਨਹੀਂ ਕਿੰਨੇ ਕਿੰਨੇ ਜਨਮ ਇੱਕ ਇੱਕ ਜੂਨ ਦੇ ਵਿੱਚ ਹੀ ਧਾਰਨ ਕਰਨੇ ਪੈਂਦੇ ਐ। ਫਿਰ ਕਿੰਨਾ ਕਿੰਨਾ ਲੰਬੇਰਾ ਸਮਾਂ ਜੂਨਾਂ ਦੇ ਵਿੱਚ ਦੁਖੀ ਹੋਣਾ ਪੈਂਦਾ। ਮਾਤਾ ਦੇ ਗਰਭ ਦੇ ਵਿੱਚ ਕਿੰਨਾ ਕਿੰਨਾ ਸਮਾਂ ਪੁੱਠੇ ਲਟਕਣਾ ਪੈਂਦਾ ਹੈ। ਸਾਧ ਸੰਗਤ ਜੀ, ਜਿਹੜਾ ਜਿਵੇਂ ਇੱਕ ਸੁਨਿਆਰਾ ਹੁੰਦਾ ਹੈ, ਜਿੰਦਰੀ ਦੇ ਵਿੱਚੋਂ ਤਾਰ ਕੱਢਦਾ ਹੈ ਨਾ ਬਰੀਕ ਕਰਨ ਦੇ ਵਾਸਤੇ, ਮੋਟੀ ਤਾਰ ਨੂੰ ਬਰੀਕ ਕਰਨ ਦੇ ਵਾਸਤੇ ਖਿੱਚ ਕੇ ਕੱਢਦਾ, ਤੇ ਉਹਨੂੰ ਕਿੰਨੇ ਤਸੀਹੇ, ਕਿੰਨਾ ਦੁਖੀ ਹੋਣਾ ਪੈਂਦਾ। ਇਦਾਂ ਜਿਹੜਾ ਬਾਰ-ਬਾਰ ਜੰਮਣਾ ਹੈ ਨਾ, ਜਨਮ ਧਾਰਨ ਕਰਨਾ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਿਆ ਹੋਇਆ, ਉਹ ਤਾਰ ਦੀ ਤਰ੍ਹਾਂ ਜੀਵ ਨੂੰ ਦੁਖੀ ਹੋਣਾ ਪੈਂਦਾ। ਐਸੇ ਭਿਆਨਕ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਾਰਾਜ ਕਹਿੰਦੇ ਕਿੰਨਾ ਵੱਡਾ, ਕਿੰਨਾ ਭਿਆਨਕ ਦੁੱਖ ਹੈ ਜੰਮਣ ਤੇ ਮਰਨ ਦਾ, ਬੜਾ ਡਾਢਾ ਹੈ, ਬੜਾ ਭਿਆਨਕ ਦੁੱਖ ਹੈ। ਬਾਰ-ਬਾਰ ਮਾਤਾ ਦੇ ਗਰਭ ਵਿੱਚ ਪੁੱਠੇ ਲਟਕਿਆ ਹੋਇਆ ਗੰਦਗੀ ਮੁਖ ਦੇ ਕੋਲੋਂ ਲੰਘਦੀ ਹੈ, ਪੁੱਠਾ ਲਟਕਿਆ ਹੁੰਦਾ, ਕਿੰਨਾ ਕੋਮਲ ਜਿਹਾ ਸਰੀਰ ਹੁੰਦਾ, ਤੇ ਕੇਵਲ ਪਰਮਾਤਮਾ ਦੇ ਸਿਮਰਨ ਦੇ ਆਸਰੇ ਹੀ ਜੀਵ ਦਾ ਬਚਾਅ ਹੋ ਰਿਹਾ ਹੁੰਦਾ। ਤੇ ਪਾਣੀ ਸਮੁੰਦਰ ਦੀ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਵੇਂ ਸਮੁੰਦਰ ਦੇ ਵਿੱਚ ਹੀ ਮੈਂ ਪਿਆ ਹੋਇਆ। ਗਰੀਬ ਨਵਾਜ ਮਹਾਰਾਜ ਕਹਿੰਦੇ ਹਨ, ਹੇ ਪ੍ਰਮਾਤਮਾ, ਭਰਮੇ ਜਨਮ ਅਨੇਕ, ਸੰਕਟ ਮਹਾਜੋਨ। ਬੜਾ ਭਿਆਨਕ ਦੁੱਖ ਹੈ ਮਹਾਰਾਜ, ਬੜਾ ਡਾਢਾ ਦੁੱਖ ਹੈ ਜੰਮਣ ਤੇ ਮਰਨ ਦਾ। ਲਪਟ ਰਹਿਓ ਤਿਹ ਸੰਗ। ਤੇ ਪ੍ਰਮਾਤਮਾ, ਹੁਣ ਵੀ ਅਸੀਂ ਕਿਹੜਾ ਚੰਗੇ ਕਰਮ ਕਰਦੇ ਆ। ਮਹਾਰਾਜ, ਉਹਨਾਂ ਦੇ ਸੰਗ, ਉਹਨਾਂ ਦੇ ਨਾਲ ਲਪਟੇ ਰਹਿੰਦੇ ਹਾਂ, ਉਹਨਾਂ ਦੇ ਵਿੱਚ ਹੀ ਹਰ ਸਮੇਂ ਅਸੀਂ ਜੁੜੇ ਰਹਿੰਦੇ ਹਾਂ। ਮੀਠੇ ਭੋਗ ਸੋਨ। ਜਿਹੜੇ ਮਹਾਰਾਜ ਮਿੱਠੇ ਸੰਸਾਰ ਦੇ ਪਦਾਰਥ ਹਨ, ਜਾਂ ਵਿਸ਼ੇ ਸੁਖਾਂ ਦੇ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਨੂੰ ਭੋਗਣਾ, ਉਹਨਾਂ ਨੂੰ ਮਿੱਠੇ ਜਾਣ ਕਰਕੇ ਹਰ ਸਮੇਂ ਪਰਚੇ ਰਹਿੰਦੇ, ਲਪਟੇ ਰਹਿੰਦੇ ਹਨ। ਹੈ ਅਸਲ ਦੇ ਵਿੱਚ ਮਹਾਰਾਜ ਕੌੜੇ ਹੈ, ਪਰ ਬਾਅਦ ਵਿੱਚ ਪਤਾ ਚੱਲਦਾ, ਬਾਅਦ ਵਿੱਚ ਸਮਝ ਆਉਂਦੀ ਹੈ ਕਿ ਵਿਸ਼ੇ ਸੁਖਾਂ ਦਾ ਜਿਹੜਾ ਇਹ ਰਸ ਸੀ, ਅਸਲ ਦੇ ਵਿੱਚ ਤੁਛ ਮਾਤਰ ਦੇ ਸਮੇਂ ਦਾ ਸੀ। ਵਿਕਾਰਾਂ ਨੂੰ ਭੋਗਦੇ ਹੋਏ ਜੀਵ ਤਾਂ ਇਉਂ ਪ੍ਰਤੀਤ ਹੁੰਦਾ ਸੀ ਕਿ ਮੈਂ ਵਿਕਾਰਾਂ ਨੂੰ ਭੋਗਣਾ, ਪਰ ਪਤਾ ਹੀ ਉਦੋਂ ਚੱਲਦਾ ਜਦੋਂ ਵਿਕਾਰ ਜੀਵ ਨੂੰ ਭੋਗ ਕਰਕੇ ਗਰਸ ਕੇ ਚਲੇ ਜਾਂਦੇ ਨੇ। ਬਾਅਦ ਵਿੱਚ ਪਛਤਾਪ ਕਰਦਾ, ਪਛਤਾਉਂਦਾ ਹੈ, ਝੂਰਦਾ ਹੈ, ਪਰ ਉਦੋਂ ਤਾਂ ਸਮਾਂ ਲੰਘ ਗਿਆ ਹੁੰਦਾ, ਫਿਰ ਨਹੀਂ ਪਛਤਾਉਣ ਦੇ ਨਾਲ ਕੁਝ ਵੀ ਹੁੰਦਾ। ਤੇ ਮਹਾਰਾਜ, ਲਪਟ ਰਹਿਓ ਤੇ ਸੰਗ, ਮੀਠੇ ਭੋਗ ਸੋਨ। ਸੋਨ ਨਾਮ ਸੋਨੇ ਦਾ ਵੀ ਹੈ। ਤੇ ਸਾਧ ਸੰਗਤ ਜੀ, ਇਹਦਾ ਸੋ ਨਾ ਸੰਪਰਦਾਇ ਦੂਜਾ ਪਾਠ, ਇਹਦਾ ਸੋ ਨਾਮ ਹੀ ਕੀਤਾ ਜਾਂਦਾ, ਨੰਨਾ ਵੱਖਰਾ ਕਰਕੇ। ਮੀਠੇ ਭੋਗ ਸੋ ਨਾ, ਜਿਨ੍ਹਾਂ ਨੂੰ ਮਿੱਠੇ ਜਾਣ ਕੇ ਮਹਾਰਾਜ ਅਸੀਂ ਭੋਗਾਂ ਨੂੰ, ਵਿਸ਼ਿਆਂ ਨੂੰ, ਵਿਕਾਰਾਂ ਨੂੰ, ਸੰਸਾਰ ਦੇ ਸੁੱਖਾਂ ਨੂੰ ਭੋਗਦੇ ਪਏ ਸਾਂ, ਪਰ ਉਹ ਤਾਂ ਮਿੱਠੇ ਰਹੇ, ਮਿਲੇ ਹੀ ਨਾ। ਉਹਨਾਂ ਦੇ ਵਿੱਚੋਂ ਮਹਾਰਾਜ ਅਸਲ ਮਿਠਾਸ ਨਹੀਂ ਮਿਲੀ, ਜਿਹੜੀ ਤੁਹਾਡੀ ਬੰਦਗੀ ਦੀ, ਨਾਮ ਦੀ, ਭਗਤੀ ਦੀ ਮਿਠਾਸ ਹੈ। ਇਸ ਕਰਕੇ ਸਾਨੂੰ ਮਹਾਰਾਜ ਇਦਾਂ ਦੇ ਮਤ ਤੋਂ ਹੀਣੇ, ਅਕਲ ਤੋਂ ਹੀਣੇ, ਔਗਣ ਹਾਰੇ ਸਾਨੂੰ ਜਾਣ ਕਰਕੇ ਸਾਡਾ ਭਲਾ ਕਰ ਦੇਵੋ। ਮਹਾਰਾਜ, ਇਸ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਾਸਤੇ ਅਸੀਂ ਪਰਚੇ ਹੋਏ ਹਾਂ। ਭ੍ਰਮਤ ਭਾਰ ਅਗਨਤ ਆਇਓ। ਤੇ ਭਰਮਦੇ ਹੋਏ ਕਿੰਨਾ ਹੀ ਮਹਾਰਾਜ ਭਾਰ ਚੱਕਿਆ ਹੋਇਆ ਪਰਾਏ ਜੀਵਾਂ ਦਾ, ਪਾਪ ਕਰਮਾਂ ਦਾ ਭਾਰ ਪੰਡਾਂ ਚੱਕੀਆਂ ਹੋਈਆਂ। ਤੇ ਫਿਰ ਹੁਣ ਵੀ ਕਰਾਂ ਮਹਾਰਾਜ ਅਸੀਂ ਟਲਦੇ ਹਾਂ, ਨਿੰਦਿਆ ਕਰ ਕਰਕੇ ਅਸੰਖ ਨਿੰਦਕ ਸਿਰ ਕਰਹਿ ਭਾਰ। ਹੋਰਾਂ ਦੇ ਪਾਪ ਕਰਮ ਕੀਤੇ ਹੋਏ ਮਹਾਰਾਜ, ਉਹਨਾਂ ਦੀਆਂ ਪੰਡਾਂ ਆਪਣੇ ਸਿਰ ਤੇ ਚੁੱਕੀ ਜਾ ਰਹੇ ਹਾਂ, ਕਿਸੇ ਦੀ ਨਿੰਦਿਆ ਕਰ ਕਰਕੇ।
ਕਿਸੇ ਦਾ ਦੋਸ਼ ਬਾਰ-ਬਾਰ ਦੇਖ ਕੇ ਕਿ ਇਹਦੇ ਵਿੱਚ ਆ ਵੀ ਦੋਸ਼ ਹੈ, ਇਹਦੇ ਵਿੱਚ ਆ ਵੀ ਔਗਣ ਹੈ, ਉਹ ਆਪਣੇ ਅੰਦਰ ਅਸੀਂ ਮਹਾਰਾਜ ਭਾਰ ਚੁੱਕਦੇ ਪਏ ਹਾਂ। ਪਾਪ ਕਰਮਾਂ ਦਾ ਭਾਰ ਉਹਨਾਂ ਦਾ ਹੌਲਾ ਕਰਕੇ ਆਪਣੇ ਸਿਰ ਤੇ ਚੁੱਕੀ ਜਾ ਰਹੇ ਹਾਂ। ਇਦਾਂ ਦੀ ਮਹਾਰਾਜ ਸਾਡੀ ਹਾਲਤ ਹੈ। ਫਿਰ ਅਣਗਿਣਤੀ ਪਾਪ ਕਰਮਾਂ ਦੀਆਂ ਪੰਡਾਂ ਚੁੱਕੀਆਂ ਹਨ। ਬਾਹੁ ਪ੍ਰਦੇਸ ਹੈ ਤਾਇਓ, ਤੇ ਬਹੁਤੇ ਪਰਦੇਸਾਂ ਦੇ ਵਿੱਚ ਧਾਵਾ ਧਾਈ ਕਰਕੇ ਵੀ ਆ ਗਏ। ਪ੍ਰਤੱਖ ਵੀ ਮਹਾਰਾਜ ਪਰਦੇਸਾਂ ਵਿੱਚ ਫਿਰ ਕਰਕੇ ਦੇਖ ਲਿਆ, ਪਰ ਮਨ ਨਹੀਂ ਸ਼ਾਂਤ ਹੋਇਆ। ਔਰ ਪਰਦੇਸਾਂ ਮਹਾਰਾਜ 84 ਲੱਖ ਜੂਨਾਂ ਨੂੰ ਪਰਦੇਸਾਂ ਦੇ ਵਿੱਚ ਵੀ ਧਾ ਕੇ ਆ ਗਏ। ਇਹ ਕਦੇ ਕਿਸੇ ਜੂਨ ਦੇ ਵਿੱਚ, ਕਦੇ ਕਿਸੇ ਵਿਦੇਸ਼, ਕਦੇ ਕਿਸੇ ਪਰਦੇਸ਼ ਦੇ ਵਿੱਚ ਕੋਈ ਜਨਮ ਧਾਰਨ ਕਰ ਲਿਆ। ਕਦੇ ਕਿਸੇ ਥਾਂ ਤੇ ਮਹਾਰਾਜ ਜਨਮ ਧਾਰਨ ਕਰਦੇ ਸਾਂ। ਇਹੋ ਦੂਰ ਦੂਰ ਤੱਕ, ਦੇਸ਼ਾਂ ਵਿਦੇਸ਼ਾਂ ਤੱਕ ਜੂਨਾ ਰੂਪ, ਫਿਰ ਮਹਾਰਾਜ ਦਿਸ਼ਾਵਾਂ ਰੂਪੀ ਵਿਦੇਸ਼ਾਂ ਵਿੱਚ ਵੀ ਸੀ ਭਰਮ ਕਰਕੇ ਆਏ ਹਾਂ। ਅਬ ਓਟ ਧਾਰੀ ਪ੍ਰਭ ਮੁਰਾਰੀ, ਹੁਣ ਤਾਂ ਮਹਾਰਾਜ ਤੁਹਾਡੀ ਓਟ ਧਾਰਨ ਕੀਤੀ ਹੈ। हे ਪ੍ਰਭੂ ਜੀ, हे ਮੁਰਾਰੀ ਪਰਮਾਤਮਾ ਅਕਾਲ ਪੁਰਖ ਜੀ। ਸਰਬ ਸੁਖ ਹਰ ਨਾਇਓ, ਮਹਾਰਾਜ ਹੁਣ ਤੁਹਾਡੀ ਸ਼ਰਨ ਧਾਰਨ ਕਰਕੇ, ਤੁਹਾਡੇ ਚਰਨਾਂ ਦਾ ਆਸਰਾ ਲੈ ਕੇ ਸਮਝ ਪਈ ਹੈ। ਸਰਬ ਸੁਖ ਹਰ ਨਾਇਓ, ਮਹਾਰਾਜ ਤੁਹਾਡੇ ਨਾਮ ਦੇ ਵਿੱਚ ਹੀ ਅਸਲ ਦੇ ਵਿੱਚ ਸਾਰੇ ਸੁਖ ਹਨ। ਸਦੀਵੀ ਸੁਖ ਮਹਾਰਾਜ ਤੁਹਾਡੇ ਸਿਮਰਨ ਦੇ ਵਿੱਚ ਹੈ। ਕਿਉਂਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਹਾਰਾਜ ਤੁਹਾਡੇ ਨਾਮ ਤੋਂ ਬਿਨਾ ਕਦੇ ਵੀ ਕਿਸੇ ਨੂੰ ਆਤਮਿਕ ਸੁਖ ਨਹੀਂ ਮਿਲਿਆ। ਜੇ ਸੁਖ ਮਿਲਿਆ ਤੇ ਤੁਹਾਡੇ ਨਾਮ ਕਰਕੇ ਹੀ ਮਿਲਿਆ ਹੈ। ਰਾਖਨ ਹਾਰੇ ਪ੍ਰਭ ਪਿਆਰੇ, हे ਰੱਖਿਆ ਕਰਨ ਵਾਲੇ, ਰੱਖਣ ਹਾਰੇ ਪ੍ਰਮਾਤਮਾ, ਹੈ ਪ੍ਰਭੂ ਪਰਮੇਸ਼ਰ ਜੀ। ਮੁਝ ਤੇ ਕਛੂ ਨਾ ਹੋਆ ਹੋਣਾ, ਮਹਾਰਾਜ ਜੇ ਮੈਂ ਕਹਾਂ ਕਿ ਮੇਰੇ ਤੋਂ ਕੁਝ ਹੋ ਸਕਦਾ, ਜਾਂ ਮੈਂ ਕੁਝ ਕੀਤਾ ਸੀ, ਜਾਂ ਆਉਣ ਵਾਲੇ ਸਮੇਂ ਵਿੱਚ ਕੁਝ ਭਜਨ ਬੰਦਗੀ ਕਰ ਸਕਾਂਗਾ, ਤੁਹਾਡਾ ਜਸ ਗਾ ਸਕਾਂਗਾ, ਮਹਾਰਾਜ ਇਹ ਨਾਮੁਮਕਿਨ ਹੈ। ਮੇਰੇ ਤੋਂ ਕੁਝ ਵੀ ਨਾ ਕਦੇ ਪਹਿਲਾਂ ਮੈਂ ਕਰ ਸਕਿਆ ਸਾਂ, ਨਾ ਹੁਣ ਕੁਝ ਮਹਾਰਾਜ ਮੇਰੀ ਸਮਰੱਥਾ ਹੈ, ਕੋਈ ਬਲ ਹੈ, ਕੋਈ ਜ਼ੋਰ ਨਹੀਂ, ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਮੇਰੀ ਕੋਈ ਸਮਰੱਥਾ ਹੋਵੇਗੀ। ਆਪ ਕਿਰਪਾ ਕਰਕੇ ਮਹਾਰਾਜ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਮਹਾਰਾਜ ਬੁੱਧੀ ਦਾ ਬਲ ਵੀ ਸਾਡੇ ਕੋਲ ਨਹੀਂ ਹੈ। ਸਾਡੀ ਬੁੱਧ ਨੂੰ ਜੇ ਚੰਗੇ ਪਾਸੇ ਪ੍ਰੇਰਿਤ ਕਰੋਗੇ ਤਾਂ ਹੀ ਮਹਾਰਾਜ ਚੰਗੇ ਪਾਸੇ ਲੱਗੇਗੀ, ਤਾਂ ਹੀ ਤੁਹਾਡੀ ਪਿਆਰੀ ਸੰਗਤ ਵਿੱਚ ਆ ਕਰਕੇ ਜੁੜੇਗੀ। ਮਹਾਰਾਜ ਨਾ ਚੰਗਾ ਕੁਝ ਕਰ ਸਕਦੇ ਸਾਂ, ਨਾ ਕਰ ਰਹੇ ਆ, ਤੇ ਨਾ ਹੀ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਬਲ ਕਰਕੇ ਕੁਝ ਚੰਗਾ ਕਰ ਸਕਾਂਗੇ। ਸੁਖ ਸਹਿਜ ਆਨੰਦ ਨਾਨਕ, ਇਹ ਗਰੀਬ ਨਵਾਜ ਆਤਮਿਕ ਸੁਖ ਹੈ, ਸਹਿਜ ਹਿਰਦੇ ਦੀ ਅਡੋਲਤਾ ਹੈ, ਫਿਰ ਪ੍ਰਮਾਤਮਾ ਦੇ ਸਰੂਪ ਦਾ ਜੋ ਆਨੰਦ ਹੈ। ਕਿਰਪਾ ਤੇਰੀ ਤਰੈ ਪਾਉਨ, ਮਹਾਰਾਜ ਤੇਰੀ ਕਿਰਪਾ ਹੋਵੇ ਤਾਂ ਇਹ ਸਾਰੇ ਸੁਖ ਮਿਲਦੇ ਹੈ। ਹਿਰਦੇ ਦੀ ਅਡੋਲਤਾ, ਫਿਰ ਗਿਆਨ ਦਾ ਪ੍ਰਕਾਸ਼, ਘਣਾ ਵਾਹਿਗੁਰੂ ਤੁਹਾਡੇ ਸਰੂਪ ਦਾ ਆਨੰਦ, ਤੁਹਾਡੀ ਕਿਰਪਾ ਹੋਵੇ ਤਾਰੇ ਭਾਵਨ। ਇਹ ਜਿਹੜਾ ਭੈਦਾਇਕ ਸੰਸਾਰ ਸਾਗਰ ਹੈ, ਸੰਸਾਰ ਰੂਪੀ ਵੱਡਾ ਘਰ ਹੈ, ਰੱਬ ਦੀ ਬਣਾਈ ਹੋਈ ਜਿਹੜੀ ਕੋਠੜੀ ਹੈ, ਇਹ ਭੂਤ ਭਲਈਏ ਦੀ ਤਰ੍ਹਾਂ ਪ੍ਰਮਾਤਮਾ ਨੇ ਕੋਠੜੀ ਬਣਾਈ ਹੈ। ਜਿਵੇਂ ਰਾਜੇ ਮਹਾਰਾਜੇ ਸਾਧ ਸੰਗਤ ਜੀ ਭੂਲ ਭਲਈਆ ਇੱਕ ਵੱਖਰਾ ਕਮਰਾ ਤਿਆਰ ਕਰਵਾਇਆ ਕਰਦੇ ਸਨ। ਉਹ ਚੁਰਸਤੇ ਜਦੋਂ ਵੀ ਦਰਵਾਜ਼ੇ ਤੋਂ ਨਿਕਲਣਾ ਉੱਥੇ ਚੁਰਸਤਾ ਆ ਜਾਣਾ, ਜਦੋਂ ਵੀ ਦਰਵਾਜ਼ਾ ਖੋਲ੍ਹਣਾ ਉੱਥੇ ਚੁਰਸਤਾ ਆ ਜਾਣਾ, ਤੇ ਬੰਦਾ ਦੁਬਦਾ ਵਿੱਚ ਹੀ ਪਿਆ ਰਹਿੰਦਾ ਸੀਗਾ। ਅਣਜਾਣ ਬੰਦਾ ਕਦੇ ਉਹ ਕਮਰੇ ਦੇ ਵਿੱਚੋਂ ਬਾਹਰ ਨਹੀਂ ਸੀ ਜਾ ਸਕਦਾ। ਅਬਲ ਤੇ ਅੰਦਰ ਹੀ ਨਹੀਂ ਸੀ ਪ੍ਰਵੇਸ਼ ਹੋ ਸਕਦਾ, ਤੇ ਚਲਾ ਗਿਆ ਤੇ ਫਿਰ ਬਾਹਰ ਨਹੀਂ ਸੀ ਨਿਕਲ ਸਕਦਾ। ਉਹਨੂੰ ਕਿਹਾ ਜਾਂਦਾ ਸੀ ਭੂਤ ਭਲਈਆ। ਉਹ ਭੂਤ ਭਲਈਆ ਉਹ ਕਮਰੇ ਨੂੰ ਕਿਹਾ ਜਾਂਦਾ ਸੀ। ਤੇ ਖਾਸ ਕਰਕੇ ਰਾਜੇ ਮਹਾਰਾਜਿਆਂ ਨੇ ਆਪਣੇ ਮਹਿਲਾਂ ਦੇ ਵਿੱਚ ਬਣਾਏ ਹੋਏ ਸਨ। ਤੇ ਮਹਾਰਾਜ ਹਜੂਰ ਕਹਿੰਦੇ ਹਨ, हे ਪ੍ਰਮਾਤਮਾ, ਜੇ ਤੁਹਾਡੀ ਕਿਰਪਾ ਹੋਵੇ ਨਾ, ਭਵਨ ਨਾਮ ਘਰ ਦਾ ਹੈ ਤੇ ਸੰਸਾਰ ਰੂਪੀ ਘਰ ਹੈ। ਸਾਧ ਸੰਗਤ ਜੀ ਕਦਮ ਕਦਮ ਤੇ ਦੁਬਦਾ ਹੈ, ਕਦਮ ਕਦਮ ਤੇ ਚੁਰਸਤਾ ਹੈ। ਪਤਾ ਹੀ ਨਹੀਂ ਲੱਗਦਾ ਕੀ ਕਰਾਂ, ਕਿੱਧਰ ਜਾਵਾਂ, ਜ਼ਿੰਦਗੀ ਵਿੱਚ ਕਿਵੇਂ ਮੈਨੂੰ ਆਤਮਿਕ ਸੁਖ ਮਿਲੇਗਾ, ਕਿਹੜੇ ਢੰਗ ਦੇ ਨਾਲ ਮੈਂ ਜੀਵਨ ਨਿਰਵਾਹ ਕਰਾਂ। ਮਹਾਰਾਜ ਮੇਰੇ ਹਿਰਦੇ ਅੰਦਰ ਤੁਹਾਡੀ ਯਾਦ ਵਸੀ ਰਹੇਗੀ।
ਕਿਸ ਕਰਕੇ ਮਹਾਰਾਜ ਤੁਹਾਡੇ ਸਰੂਪ ਦਾ ਮੈਨੂੰ ਆਨੰਦ ਪ੍ਰਾਪਤ ਹੋਵੇਗਾ ਪਤਾ ਹੀ ਨਹੀਂ ਚੱਲਦਾ। ਪਰ ਜੇ ਪ੍ਰਮਾਤਮਾ ਕਿਰਪਾ ਕਰੇ ਸੋਝੀ ਦੇਵੇ, ਕਰੇ ਕਿਰਪਾ ਪ੍ਰਮਾਤਮਾ ਮਿਹਰ ਕਰ ਦੇਵੇ, ਤਰੇ ਭਾਉ ਨ, ਫਿਰ ਇਹ ਦੁਬਿਧਾ ਦੇ ਘਰ ਤੋਂ ਵੀ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ। ਤੇ ਜਿਹੜਾ ਭੈਦਾਇਕ ਸੰਸਾਰ ਸਾਗਰ ਇਹਦੇ ਤੋਂ ਵੀ ਤਰਨਾ ਹੋ ਜਾਂਦਾ ਹੈ। ਨਾਮ ਧਾਰੀਕ ਉਧਾਰੇ। हे ਪ੍ਰਮਾਤਮਾ, ਜਿਹੜੇ ਕੇਵਲ ਨਾਮ ਦੇ ਸੰਸਾਰ ਦੇ ਅੰਦਰ ਪ੍ਰਤਾਪੀ ਬਣੇ ਆ ਨਾ, ਜਿਨ੍ਹਾਂ ਨੇ ਕੇਵਲ ਨਾਮ ਹੀ ਧਾਰਨ ਕੀਤਾ ਹੈ, ਬੜੇ ਬੜੇ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਵਾਲਾ ਨਾਮ ਧਾਰਨ ਕਰ ਲਿਆ। ਜੇ ਮੇਰਾ ਨਾਮ ਫਲਾਣਾ ਫਕੀਰ ਹੈ, ਮੇਰਾ ਨਾਮ ਬੜਾ ਪ੍ਰਤਾਪੀ ਕਿਸੇ ਰਾਜੇ ਮਹਾਰਾਜੇ ਵਾਲਾ ਬਣਾ ਲਿਆ। ਬੜੇ ਬੜੇ ਨਾਮਵੰਤੀ ਜਿਹੜੇ ਬੰਦਗੀ ਕਰਨ ਵਾਲੀਆਂ ਰੂਹਾਂ ਗੁਜ਼ਰ ਗਈਆਂ ਸੰਸਾਰ ਤੋਂ, ਸਰੀਰ ਕਰਕੇ ਚਲੇ ਗਏ, ਉਹਨਾਂ ਵਾਲਾ ਭਾਵੇਂ ਨਾਮ ਰੱਖ ਲਿਆ, ਪਰ ਪੱਲੇ ਕੁਝ ਵੀ ਨਾ ਹੋਵੇ, ਬੰਦਗੀ ਨਾ ਕਰਦਾ ਹੋਵੇ, ਸੇਵਾ ਸਿਮਰਨ ਨਾ ਕਰਦਾ ਹੋਵੇ। ਤੇ ਸਾਧ ਸੰਗਤ ਜੀ, ਇਦਾਂ ਦਾ ਭੇਖਧਾਰੀ ਜਿਹੜਾ ਹੈ ਨਾ, ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਐਸਾ ਬਿਰਦ ਹੈ, ਔਕੜ ਦੇ ਸਮੇਂ ਜੇਕਰ ਉਹ ਭੇਖੀ ਬੰਦਾ ਵੀ ਰੱਬ ਦੀ ਸ਼ਰਨ ਧਾਰਨ ਕਰ ਲਵੇ, ਉਹ ਭੇਖੀ ਦਾ ਵੀ ਪ੍ਰਮਾਤਮਾ ਕਿਰਪਾ ਕਰਕੇ ਬਚਾ ਕਰ ਦਿੰਦਾ ਹੈ। ਪ੍ਰਮਾਤਮਾ ਕਿੰਨਾ ਵੱਡਾ ਦਿਆਲੂ ਹੈ। ਗਰੀਬ ਨਵਾਜ ਮਹਾਰਾਜ ਸਿਵ ਜੀ ਦਾ ਪਾਵਨ ਸ਼ਬਦ ਹੈ, ਗੁਰਬਾਣੀ ਅੰਦਰ ਭਗਤ ਦੇ ਸਧਨਾ ਜੀ ਦੀ ਰਸਨਾ ਤੋਂ ਉਚਾਰਨ ਕੀਤਾ। ਔਕੜ ਦੇ ਸਮੇਂ ਰੱਬ ਨੂੰ ਜਦੋਂ ਯਾਦ ਕੀਤਾ ਸੀ, ਜਦੋਂ ਜੋ ਇੱਕ ਸੁਨਿਆਰੇ ਦੀ ਪ੍ਰੇਮ ਦੀ ਬੋਲੀ ਮਾਰ ਕੇ ਰੱਬ ਨੂੰ ਬੇਨਤੀ ਕੀਤੀ ਸੀ, ਪ੍ਰਮਾਤਮਾ ਇਹ ਅਕਾਲ ਪੁਰਖ ਕਾ ਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ। हे ਗਰੀਬ ਨਵਾਜ, ਜੇ ਤੁਹਾਡੀ ਸ਼ਰਨ ਵਿੱਚ ਆ ਕੇ ਵੀ ਕਰਮਾਂ ਰੂਪੀ ਗਿੱਦੜਾਂ ਤੋਂ ਸਾਨੂੰ ਡਰ ਲੱਗਣਾ, ਮਹਾਰਾਜ ਫਿਰ ਸ਼ੇਰ ਦੀ ਸ਼ਰਨ ਧਾਰਨ ਕਰਨ ਦਾ ਕੋਈ ਲਾਹਾ ਤਾਂ ਨਾ ਸਾਨੂੰ ਪ੍ਰਾਪਤ ਹੋ ਸਕਿਆ। हे ਗਰੀਬ ਨਵਾਜ, ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾ ਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ। ਨਿਰਪ ਕੰਨਿਆ ਕੇ ਕਾਰਨੇ ਬੜੀ ਪੁਰਾਣੀ ਕਥਾ ਹੈ। ਨਿਰਪ ਰਾਜੀ ਦੀ ਕੰਨਿਆ ਸੀ, ਭਾਵ ਪੁੱਤਰੀ ਸੀ, ਉਹਦੇ ਮੋਹ ਦੇ ਵਿੱਚ ਵੱਜਿਆ ਹੋਇਆ ਸਾਧ ਸੰਗਤ ਜੀ ਤਰਖਾਣ ਦਾ ਪੁੱਤਰ, ਉਹਦੇ ਮਨ ਦੇ ਅੰਦਰ ਇਹ ਫੁਰਨਾ ਪੱਕਾ ਧਾਰਨ ਕਰ ਲਿਆ ਕਿ ਮੈਂ ਰਾਜੇ ਦੀ ਪੁੱਤਰੀ ਦੇ ਨਾਲ ਹੀ ਵਿਆਹ ਕਰਾਵਾਂਗਾ। ਜੇ ਵਿਆਹ ਕਰਾਏ ਤੇ ਰਾਜੇ ਦੀ ਕੁੜੀ ਦੇ ਨਾਲ ਹੀ ਕਰਾਉਣਾ, ਨਹੀਂ ਤੇ ਨਹੀਂ ਕਰਾਉਣਾ। ਪਰ ਉਹ ਬੜੀ ਨੇਕ ਤੇ ਭੋਲੇ ਸੁਭਾਅ ਦੀ ਬੰਦਗੀ ਕਰਨ ਵਾਲੀ ਰਾਜੇ ਦੀ ਪੁੱਤਰੀ ਸੀ, ਤੇ ਭਗਵਾਨ ਵਿਸ਼ਨੂੰ ਦੀ ਉਪਾਸਨਾ ਕਰਦੀ ਸੀ। ਤੇ ਬੜੇ ਗ੍ਰੰਥਾਂ ਤੋਂ ਨੇ ਕਥਾ ਸੁਣੀ ਹੋਈ ਸੀ ਕਿ ਭਗਵਾਨ ਨੂੰ ਜੇ ਪਿਆਰ ਦੇ ਨਾਲ ਕੋਈ ਵੀ ਯਾਦ ਕਰਦਾ ਤੇ ਪ੍ਰਤੱਖ ਦਰਸ਼ਨ ਹੁੰਦੇ ਆ। ਇਹ ਕਥਾ ਸੁਣ ਸੁਣ ਕਰਕੇ ਰਾਜੇ ਦੀ ਪੁੱਤਰੀ ਨੇ ਮਨ ਵਿੱਚ ਸਾਧ ਸੰਗਤ ਜੀ ਵਿਚਾਰ ਠਾਣ ਲਈ ਕਿ ਜੇਕਰ ਮੈਂ ਵਿਆਹ ਕਰਾਉਣਾ ਤੇ ਵਿਸ਼ਨੂੰ ਭਗਵਾਨ ਦੇ ਨਾਲ ਹੀ ਕਰਾਉਣਾ, ਨਹੀਂ ਤੇ ਨਹੀਂ ਕਰਾਉਣਾ। ਏਦਾਂ ਮਨ ਵਿੱਚ ਪੱਕੀ ਧਾਰਨ ਕਰ ਲਈ। ਤੇ ਮਾਂ ਨੇ ਬੜਾ ਸਮਝਾਇਆ, ਨਹੀਂ ਸਮਝੀ। ਫਿਰ ਰਾਜੇ ਨੂੰ ਦੱਸਿਆ, ਰਾਜੇ ਨੇ ਵੀ ਸਮਝਾਉਣ ਦਾ ਯਤਨ ਕੀਤਾ ਕਿ ਇਹ ਪੁੱਤਰੀ, ਹੇ ਧੀਏ, ਕਿਸੇ ਚੰਗੇ ਰਾਜਕੁਮਾਰ ਦੇ ਨਾਲ ਤੇਰਾ ਵਿਆਹ ਕਰਵਾ ਦੇਵਾਂਗੇ, ਸੋਹਣਾ ਸੁਨੱਖਾ ਹੋਊਗਾ, ਚੰਗਾ ਹੋਊਗਾ, ਬਹੁਤੇ ਧਨ ਪਦਾਰਥਾਂ ਵਾਲਾ ਹੋਊਗਾ। ਤੂੰ ਐਵੇਂ ਕਿੱਦਾਂ ਦੀ ਮਨ ਵਿੱਚ ਵਿਚਾਰ ਬਿਠਾਈ ਬੈਠੀ ਹੈ। ਪਰ ਕਹਿੰਦੀ ਨਾ ਪਿਤਾ ਜੀ, ਜੇ ਮੈਂ ਵਿਆਹ ਕਰਾਉਣਾ ਤੇ ਵਿਸ਼ਨੂੰ ਭਗਵਾਨ ਦੇ ਨਾਲ ਹੀ ਕਰਾਉਣਾ, ਨਹੀਂ ਤੇ ਨਹੀਂ ਕਰਾਉਣਾ। ਸਾਧ ਸੰਗਤ ਜੀ, ਫਿਰ ਜ਼ਿੰਦਗੀ ਇਦਾਂ ਦੀ ਉਹਦੀ ਬਣ ਗਈ ਕਿ ਨਾ ਚੰਗਾ ਖਾਣਾ, ਨਾ ਪਹਿਨਣਾ, ਭੁੱਖ ਪਿਆਸ ਵੀ ਸਾਰੀ ਚਲੀ ਗਈ। ਮੁੱਖ ਉਹਦਾ ਭੱਗਾ ਜਿਹਾ ਹੋ ਗਿਆ। ਸਮੇਂ ਸਿਰ ਨਾ ਸੌਣਾ, ਨਾ ਖਾਣਾ ਪਹਿਨਣਾ, ਇਦਾਂ ਦੀ ਉਹਦੀ ਹਾਲਤ ਬਣ ਚੁੱਕੀ ਸੀ। ਆਖਰਕਾਰ ਧੀ ਦੀ ਜਿੱਦ ਅੱਗੇ ਰਾਜੇ ਨੂੰ ਗੋਡੇ ਟੇਕਣੇ ਪਏ ਸਨ। ਉਹ ਰਾਜਾ ਕਹਿੰਦਾ ਠੀਕ ਹੈ, ਫਿਰ ਕੋਈ ਨਾ, ਮੈਂ ਯਤਨ ਕਰਦਾ। ਬਾਗ ਦੇ ਵੀ ਸੋਹਣਾ ਉਹਨੂੰ ਸਾਧ ਸੰਗਤ ਜੀ ਮਹੱਲ ਬਣਾ ਦਿੱਤਾ ਤੇ ਇੱਕ ਮੰਦਿਰ ਬਣਾ ਦਿੱਤਾ ਵਿਸ਼ਨੂੰ ਭਗਵਾਨ ਦੀ ਯਾਦ ਵਿੱਚ। ਉੱਥੇ ਮੂਰਤੀ ਬਣਾਉਣ ਦੇ ਵਾਸਤੇ ਤਰਖਾਣ ਨੂੰ ਸੱਦਿਆ ਗਿਆ। ਉਹ ਤਰਖਾਣ ਦਾ ਪੁੱਤਰ, ਉਹਨੇ ਸੋਹਣੀ ਸੁਨੱਖੀ ਰਾਜੇ ਦੀ ਧੀ ਨੂੰ ਦੇਖਣਾ ਤੇ ਉਹਦਾ ਮਨ ਜਿਹੜਾ ਮੋਹਿਤ ਹੋ ਗਿਆ। ਤਰਖਾਣ ਨੇ ਬੜਾ ਸਮਝਾਉਣਾ ਕਿ ਪੁੱਤਰ, ਤੂੰ ਚੰਗੀ ਤਰ੍ਹਾਂ ਨੀਤ ਨਾਲ ਕੰਮ ਕਰਿਆ ਕਰ, ਐਵੇਂ ਇੱਧਰ ਉੱਧਰ ਨਾ ਧਿਆਨ ਦਿਆ ਕਰ। ਪਰ ਉਹ ਕਿੱਥੇ ਮੰਨੇ। ਉਹਨੇ ਵੀ ਜਿੱਦ ਕਰ ਲਈ। ਕਹਿੰਦਾ ਕਿ ਪਿਤਾ ਜੀ, ਮੈਂ ਵਿਆਹ ਕਰਾਉਣਾ ਤੇ ਰਾਜੇ ਦੀ ਕੁੜੀ ਦੇ ਨਾਲ ਹੀ ਕਰਾਉਣਾ, ਨਹੀਂ ਤੇ ਨਹੀਂ ਕਰਾਉਣਾ। ਬਥੇਰਾ ਨੂੰ ਸਮਝਾਇਆ ਕਿ ਕਿੱਥੇ ਇਹ ਰਾਜੇ ਮਹਾਰਾਜੇ, ਆਪਾਂ ਨੀਵੀਂ ਜਾਤ ਵਾਲੀ, ਸਾਡਾ ਕਾਹਦਾ ਇਹਨਾਂ ਦੇ ਨਾਲ ਤਾਲਮੇਲ ਬਣਦਾ। ਐਵੇਂ ਨਾ ਕਿਤੇ ਮੈਨੂੰ ਕੈਦਖਾਨੇ ਵਿੱਚ ਬੰਦ ਕਰਾ ਦੇ, ਐਵੇਂ ਨਾ ਕਿਤੇ ਸਜ਼ਾ ਭੋਗਣੀ ਪਵੇ। ਤੂੰ ਕਿੱਦਾਂ ਦੇ ਸੁਪਨੇ ਲੈਂਦਾ ਫਿਰਦਾ।
ਬੜਾ ਯਤਨ ਕੀਤਾ ਪਿਤਾ ਨੇ ਸਮਝਾਉਣ ਦਾ, ਪਰ ਨਹੀਂ ਸਮਝਿਆ। ਫਿਰ ਉਹਦਾ ਸੁਨਿਆਰਾ ਜ਼ਿਕਰ ਆਉਂਦਾ ਹੈ ਕਥਾ ਦੇ ਵਿੱਚ ਕਿ ਤਰਖਾਣ ਦਾ ਇੱਕ ਮਿੱਤਰ ਸੀ ਸੁਨਿਆਰਾ। ਉਹਨੂੰ ਸਾਰੀ ਗੱਲ ਦੱਸੀ ਕਿ ਬੜੀ ਬਿਪਤਾ ਬਣੀ ਹੈ, ਮੈਂ ਹੁਣ ਕਰਾਂ ਤੇ ਕੀ ਕਰਾਂ। ਜੇ ਉੱਥੇ ਜਾਣਾ ਹੈ ਤੇ ਫਿਰ ਵੀ ਮਰਦਾ, ਨਹੀਂ ਜਾਣਾ ਤੇ ਫਿਰ ਵੀ ਮਰਦਾ ਹੈ। ਕੰਮ ਤੇ ਨਾ ਜਾਊਂਗਾ ਤੇ ਫਿਰ ਵੀ ਰਾਜੇ ਨੇ ਆਖਣਾ ਕਿ ਮੇਰੇ ਆਖੇ ਨਹੀਂ ਲੱਗਾ, ਤੇ ਕਰਾਂ ਕੀ। ਸੁਨਿਆਰਾ ਕਹਿੰਦਾ ਕਿਹੜੀ ਵੱਡੀ ਗੱਲ ਹੈ। ਉਹਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਕਿ ਵਿਸ਼ਨੂੰ ਭਗਵਾਨ ਦੀ ਉਪਾਸ਼ਕ ਹੈ। ਕਹਿੰਦੇ ਜਿੱਦਾਂ ਦਾ ਵਿਸ਼ਨੂੰ ਦਾ ਸਰੂਪ ਹੈ ਭਗਵਾਨ ਦਾ, ਉਦਾਂ ਦਾ ਆਪਣੇ ਪੁੱਤਰ ਦਾ ਬਣਾ ਦੇ। ਉਹ ਗਰੜ ਦੀ ਸਵਾਰੀ ਕਰਦਾ ਤੇ ਲੱਕੜ ਦਾ ਗਰ ਬਣਾ ਦੇ। ਇਹ ਕਿਹੜੀ ਕੋਈ ਵੱਡੀ ਗੱਲ ਹੈ, ਤੂੰ ਤਰਖਾਣੇ ਹੈ, ਲੱਕੜ ਦਾ ਗਰ ਬਣਾ ਦੇ। ਤੇ ਉੱਡਣ ਵਾਲਾ ਯੰਤਰ ਕਹਿੰਦਾ ਮੈਂ ਉਹਦੇ ਵਿੱਚ ਪਾ ਦਊਂਗਾ। ਇਹ ਸਾਧ ਸੰਗਤ ਇਸੇ ਤਰ੍ਹਾਂ ਕੀਤਾ ਗਿਆ। ਜਦੋਂ ਸਾਰੀ ਤਿਆਰੀ ਕਰ ਲਈ ਤੇ ਉਹ ਭਗਵਾਨ ਦੀ ਵਿਸ਼ਨੂੰ ਜੀ ਦੀ ਆਰਾਧਨਾ ਕਰ ਰਹੀ ਸੀ, ਤੇ ਇਹ ਮੌਕਾ ਤਾੜ ਕਰਕੇ ਨਾ ਲੱਕੜ ਦਾ ਗਰੜ ਸੀਗਾ, ਤੇ ਵਿਸ਼ਨੂੰ ਭਗਵਾਨ ਵਰਗਾ ਆਪਣਾ ਭੇਖ ਬਣਾ ਕੇ ਤੇ ਉਹ ਤਰਖਾਣ ਦਾ ਪੁੱਤਰ ਜਿਹੜਾ ਸੀ ਕਮਰੇ ਵਿੱਚ ਪ੍ਰਵੇਸ਼ ਹੋ ਗਿਆ। ਤੇ ਉਹ ਦੇਖ ਕਰਕੇ ਬੜੀ ਖੁਸ਼ ਹੋਈ। ਰਾਜੇ ਦੀ ਧੀ ਚਰਨਾਂ ਤੇ ਸੀਸ ਰੱਖਿਆ ਤੇ ਫਿਰ ਅੱਗੋਂ ਉਹਨੂੰ ਗੱਲ ਬਣਾ ਕਰਕੇ ਕਹਿੰਦਾ ਹੁਣ ਤਾਂ ਤੇਰੀ ਉਪਾਸਨਾ ਦੇਖ ਕਰਕੇ ਪ੍ਰਸੰਨ ਹੋ ਕੇ ਮੈਂ ਵਿਸ਼ਨੂੰ ਭਗਵਾਨ ਦੇ ਰੂਪ ਵਿੱਚ ਦਰਸ਼ਨ ਦਿੱਤੇ, ਅੱਗੋਂ ਤੂੰ ਦੋਹਾਂ ਬਾਹਾਂ ਵਾਲਾ ਤੈਨੂੰ ਦੇਖਿਆ ਕਰੂੰਗਾ। ਉਹ ਮੰਨ ਗਈ, ਭੋਲੇ ਭਾਲੇ ਸੁਭਾਅ ਵਾਲੀ ਸੀ, ਸੁਭਾਅ ਬੜਾ ਭੋਲਾ ਤੇ ਬੰਦਗੀ ਵਾਲਾ ਸੀਗਾ। ਫਿਰ ਉਹਨੇ ਆਪਣੇ ਪਿਤਾ ਨੂੰ ਦੱਸਿਆ, ਫਿਰ ਸਾਰਿਆਂ ਦੇ ਵਿੱਚ ਪਤਾ ਲੱਗ ਗਿਆ ਤੇ ਵਿਆਹ ਦਾ ਰਿਸ਼ਤਾ ਵੀ ਜਿਹੜਾ ਸੀ ਨਿਯਤ ਕਰ ਦਿੱਤਾ ਗਿਆ। ਫਿਰ ਤਰਖਾਣ ਦੇ ਪੁੱਤਰ ਦੇ ਨਾਲ ਵਿਆਹ ਵੀ ਹੋ ਗਿਆ। ਕੁਝ ਸਮਾਂ ਜਦੋਂ ਲੰਘਿਆ ਤੇ ਸਾਧ ਸੰਗਤ ਜੀ ਜਿਹੜਾ ਰਾਜਾ ਸੀ ਨਾ, ਉਹਨੇ ਮਨ ਵਿੱਚ ਵਿਚਾਰ ਕੀਤੀ, ਸ਼ਾਹੀ ਖਜ਼ਾਨੇ ਵਿੱਚੋਂ ਕਿੰਨੀਆਂ ਕਿੰਨੀਆਂ ਤਨਖਾਹਾਂ ਮੈਂ ਆਪਣੇ ਸਿਪਾਹੀਆਂ ਅਹਿਲਕਾਰਾਂ ਨੂੰ ਦਿੰਦਾ, ਕੀ ਫਾਇਦਾ ਜੇ ਤ੍ਰਿਲੋਕੀ ਦਾ ਮਾਲਕ ਵਿਸ਼ਨੂੰ ਭਗਵਾਨ ਮੇਰਾ ਜਵਾਈ ਹੈ ਤੇ ਮੈਨੂੰ ਫਿਰ ਫੌਜਾਂ ਰੱਖਣ ਦੀ ਕੀ ਲੋੜ ਹੈ। ਫੌਜਾਂ ਤੇ ਤਾਂ ਹੀ ਰੱਖੀਆਂ ਨਾ ਕਿ ਦੁਸ਼ਮਣ ਨਾ ਕਿਤੇ ਹਮਲਾ ਕਰ ਦੇਵੇ। ਮੇਰੀ ਰਿਆਸਤ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੇ ਵਾਸਤੇ ਧਾਵਾ ਨਾ ਬੋਲ ਦੇਵੇ, ਦੁਸ਼ਮਣ ਤੋਂ ਬਚਾਅ ਵਾਸਤੇ ਕੀਤਾ। ਜੇ ਤਰਲੋਕੀ ਦਾ ਮਾਲਕ ਰੱਬ ਜੇ ਮੇਰੇ ਵਾਲੇ ਹੈ ਤੇ ਫਿਰ ਮੈਨੂੰ ਫੌਜਾਂ ਰੱਖਣ ਦੀ ਕੀ ਲੋੜ ਹੈ। ਸਾਧ ਸੰਗਤੋਂ ਨੇ ਫੌਜਾਂ ਤੋੜ ਦਿੱਤੀਆਂ। ਫਿਰ ਜਿਹੜੇ ਦੁਸ਼ਮਣ ਸਨ, ਵਿਰੋਧੀ ਸਨ, ਉਹਨਾਂ ਨੂੰ ਪਤਾ ਲੱਗ ਗਿਆ। ਉਹ ਰਾਜੇ ਨੇ ਧਾਵਾ ਬੋਲ ਦਿੱਤਾ, ਚਿੱਠੀ ਭੇਜੀ ਕਿ ਰਾਜਾ ਤਿਆਰ ਹੋ ਜਾ, ਅਸੀਂ ਤੇਰੇ ਤੇ ਧਾਵਾ ਬੋਲ ਰਹੇ ਆ, ਤੇਰੇ ਨਾਲ ਜੰਗ ਕਰਨੀ ਹੈ। ਰਾਜਾ ਬੜਾ ਸਾਧ ਸੰਗਤ ਜੀ ਮਨ ਦੇ ਅੰਦਰ ਪਰੇਸ਼ਾਨ ਵੀ ਤੇ ਖੁਸ਼ੀ ਵੀ। ਕਹਿੰਦਾ ਕਿ ਆਪਣੀ ਧੀ ਨੂੰ ਜਾ ਕਰਕੇ ਕਹਿਣਾ ਕਿ ਮੇਰੇ ਜਵਾਈ ਨੂੰ ਕਹੇ ਕਿ ਦੁਸ਼ਮਣ ਚੜ ਕੇ ਆ ਰਹੇ, ਤੂੰ ਹੁਣ ਸਾਡੀ ਰੱਖਿਆ ਕਰ, ਤੂੰ ਭਗਵਾਨ ਹੈ, ਤੂੰ ਵਿਸ਼ਨੂੰ ਭਗਵਾਨ ਹੈ, ਤੂੰ ਸਾਡੀ ਰੱਖਿਆ ਕਰ, ਤੇਰੇ ਅੱਗੇ ਫੌਜਾਂ ਕੀ ਕਰ ਸਕਦੀਆਂ ਨੇ। ਜਦੋਂ ਅਜਿਹਾ ਕੀਤਾ ਤੇ ਸਾਧ ਸੰਗਤ ਜੀ ਫਿਰ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਤਰਖਾਣ ਦੇ ਪੁੱਤਰ ਨੂੰ ਕਿ ਹੁਣ ਮਹਾਰਾਜ ਕਰਾਂ ਤੇ ਕਰਾਂ ਕੀ ਮਨਾ, ਕੀ ਬਣੂ ਮੇਰਾ ਹੁਣ ਪਾਜ ਉਗੜ ਜਾਣਾ ਕਿ ਮੈਂ ਤਾਂ ਤਰਖਾਣ ਦਾ ਪੁੱਤਰ ਆ, ਇਹਨਾਂ ਦੇ ਸਾਹਮਣੇ ਵਿਸ਼ਨੂੰ ਭਗਵਾਨ ਬਣੀ ਬੈਠਾ। ਤੇ ਸਾਧ ਸੰਗਤ ਜੀ ਭਾਵੇਂ ਝੂਠਾ ਨਾਮ ਤੇ ਝੂਠਾ ਭੇਖ ਬਣਾਇਆ ਸੀ, ਪਰ ਮੌਤ ਤੋਂ ਸਜ਼ਾ ਤੋਂ ਡਰਦੇ ਹੋਏ ਨੇ ਇੱਕ ਮਨ ਚਿਤ ਹੋ ਕੇ ਐਸੀ ਅਰਦਾਸ ਕੀਤੀ ਕਿ ਭਗਵਾਨ, ਹੇ ਪ੍ਰਮਾਤਮਾ, ਭਾਵੇਂ ਮੈਂ ਵਿਕਾਰੀ ਆ, ਭਾਵੇਂ ਮੈਂ ਪਾਮਰ ਆ, ਭੇਖ ਧਾਰੀ ਆ, ਔਗਣਹਾਰਾ, ਪਰ ਤੇਰਾ ਭੇਖ ਬਣਾਇਆ, ਤੇਰੇ ਭੇਖ ਨੂੰ ਫਿਰ ਦਾਗ ਲੱਗੇਗਾ, ਕਲੰਕ ਲੱਗੇਗਾ, ਕਿਰਪਾ ਕਰ ਮੇਰੀ ਰੱਖਿਆ ਕਰ ਦੇ, ਇੱਕ ਵਾਰ ਕਿਰਪਾ ਕਰਕੇ ਮੈਨੂੰ ਬਚਾ ਲਾ, ਫਿਰ ਜ਼ਿੰਦਗੀ ਭਰ ਮੈਂ ਤੇਰਾ ਹੀ ਭਜਨ ਕਰਿਆ ਕਰਾਂਗਾ। ਇੱਕ ਚਿੱਤ ਹੋ ਕੇ ਅਰਦਾਸ ਕੀਤੀ। ਤੇ ਸਾਧ ਸੰਗਤ ਜੀ ਬੰਦਾ ਕਰਦਾ ਵੀ ਉਦੋਂ ਹੀ ਹੈ ਜਦੋਂ ਔਖਾ ਹੁੰਦਾ। ਉਦਾਂ ਇੱਕ ਚਿੱਤ ਹੋ ਕੇ ਅਰਦਾਸ ਹੁੰਦੀ ਵੀ ਨਹੀਂ ਹੈ ਜਦੋਂ ਦੂਜਿਆਂ ਤੇ ਆਸਰਾ ਹੁੰਦਾ ਕਿ ਮੇਰੇ ਧੀਆਂ ਪੁੱਤਰ ਹੈ, ਮੇਰੇ ਸਖੇ ਸੰਬੰਧੀ ਹੈ, ਮਾਤਾ ਪਿਤਾ ਹੈ, ਧਾਨੇ ਹੈ, ਮੇਰੇ ਕੋਲ ਪਦਾਰਥ ਹੈ। ਜਦੋਂ ਇਹਨਾਂ ਸੰਸਾਰ ਦਾ ਆਸਰਾ ਹੁੰਦਾ ਉਹਨਾਂ ਚਿਰ ਮਖੌਲ ਹੀ ਅਸੀਂ ਕਰਦੇ ਮਹਾਰਾਜ ਦੀ ਸਨਮੁਖ ਹੋ ਕੇ ਵੀ, ਅਰਦਾਸ ਤਾਂ ਨਹੀਂ ਕਰਦੇ। ਹੁਕਮ ਕਰਦੇ ਆ ਕਿ ਮਹਾਰਾਜ ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ। ਰੋ ਵਿਚਾਰ ਉਹਨੇ ਸਾਧ ਸੰਗਤ ਜੀ ਤਰਖਾਣ ਦੇ ਪੁੱਤਰ ਨੇ ਜਦੋਂ ਅਰਦਾਸ ਕੀਤੀ ਤੇ ਫਿਰ ਕਹਿੰਦੇ ਕਿ ਜਦੋਂ ਅਰਦਾਸ ਨਹੀਂ ਨਾ ਸੁਣੀ ਗਈ ਕਿ ਕੋਈ ਆਕਾਸ਼ਬਾਣੀ ਨਾ ਹੋਈ ਤੇ ਫਾਹ ਲੈ ਕੇ ਮਰਨ ਲੱਗਾ ਸੀ। ਫਿਰ ਉਸ ਸਮੇਂ ਆਕਾਸ਼ਬਾਣੀ ਹੋ ਕੇ ਫਾਹਾ ਲੈ ਕੇ ਨਾ ਮਰ, ਮੈਂ ਤੇਰੀ ਰੱਖਿਆ ਕਰੂੰਗਾ। ਫੌਜ ਚੜ ਕੇ ਆਈ ਤੇ ਐਸੀ ਕਲਾ ਵਰਤੀ ਕਿ ਪਰਮਾਤਮਾ ਨੇ ਰੱਖਿਆ ਕੀਤੀ। ਫੌਜ ਅੰਨੀ ਹੋ ਗਈ, ਉਹਨਾਂ ਪਿੱਛੇ ਜਾਣਾ ਪਿਆ ਸੀ ਜਿਹੜੀ ਵਿਰੋਧੀ ਫੌਜ ਚੜ ਕਰਕੇ ਆ ਰਹੀ ਸੀ। ਤੇ ਫਿਰ
ਇਉਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ, ਫਿਰ ਜ਼ਿੰਦਗੀ ਭਰ ਪ੍ਰਮਾਤਮਾ ਦਾ ਜਸ ਕਰਦਾ ਰਹੇ ਸੀ, ਭਾਵੇਂ ਵਿਕਾਰੀ ਤੇ ਝੂਠਾ ਭੇਖ ਧਾਰੀ ਸੀਗਾ। ਤੇ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਹੇ ਪ੍ਰਮਾਤਮਾ ਨਾਮ ਧਾਰੀਕ ਉਧਾਰੇ, ਜਿਨ੍ਹਾਂ ਨੇ ਕੇਵਲ ਨਾਮ ਹੀ ਮਹਾਰਾਜ ਤੁਹਾਡਾ ਧਾਰਨ ਕੀਤਾ ਕਿ ਮੈਂ ਵਿਸ਼ਨੂੰ ਭਗਵਾਨ ਹੈ। ਹੇ ਗਰੀਬ ਨਵਾਜ ਜਿਨ੍ਹਾਂ ਨੇ ਨਾਮ ਹੀ ਭਾਵੇਂ ਧਾਰਨ ਕੀਤਾ ਸੀ। ਭਗਤ ਹੈ ਸੰਸਾ ਕੌਣ, ਜੇ ਮਹਾਰਾਜ ਭਿਖਾਰੀਆਂ ਦਾ, ਭੇਖ ਧਾਰੀਆਂ ਦਾ, ਵਿਕਾਰੀਆਂ ਦਾ ਆਪ ਨੇ ਉਦਾਹਰਣ ਕਰ ਦਿੱਤਾ ਹੈ, ਤੇ ਭਗਤ ਹੈ ਸੰਸਾ ਕੌਣ, ਜਿਹੜੇ ਭਗਤੀ ਕਰਦੇ ਫਿਰ ਉਹਨਾਂ ਦੇ ਉਧਾਰ ਹੋਣ ਦੀ ਕੋਈ ਸ਼ੰਕਾ ਭਲਾ ਕਿਵੇਂ ਕਰ ਸਕਦਾ ਹੈ। ਭਗਤ ਹੈ ਸੰਸਾ ਕੌਣ, ਮਹਾਰਾਜ ਤੁਹਾਡੀ ਭਗਤੀ ਕਰਦੇ ਆ ਫਿਰ ਭਲਾ ਕੋਈ ਸ਼ੰਕਾ ਤਾਂ ਨਹੀਂ ਨਾ ਮਨ ਵਿੱਚ ਆਉਣਾ ਚਾਹੀਦਾ। ਹੇ ਗਰੀਬ ਨਵਾਜ ਤੁਹਾਡੀ ਭਗਤੀ ਕਰਨ ਵਾਲਿਆਂ ਦਾ ਵੀ ਜ਼ਰੂਰ ਪਰ ਜ਼ਰੂਰ ਉਧਾਰ ਹੋਵੇਗਾ। ਜੇ ਭੇਖ ਧਾਰੀਆਂ ਦਾ, ਵਿਕਾਰੀਆਂ ਦਾ, ਔਗਣਹਾਰਿਆਂ ਦਾ ਉਧਾਰ ਹੁੰਦਾ ਪਿਆ ਤੇ ਮਹਾਰਾਜ ਕਿਰਪਾ ਕਰੋ ਸਾਨੂੰ ਪ੍ਰੇਮਾ ਭਗਤੀ ਬਖਸ਼ੀ ਹੈ। ਮਹਾਰਾਜ ਭਰੋਸਾ ਵੀ ਆਪਣੇ ਚਰਨਾਂ ਤੇ ਬਖਸ਼ਣਾ ਕਰੋ। ਜੇਨ ਕੇਨ ਪ੍ਰਕਾਰੇ, ਮਹਾਰਾਜ ਕਹਿੰਦੇ ਹਨ, ਹੇ ਗੁਰਸਿੱਖ ਜੇਨ ਕੇਨ ਜਿਵੇਂ ਕਿਵੇਂ ਵੀ, ਕਿਸ ਵੀ ਪ੍ਰਕਾਰ ਕਰਕੇ, ਕਿਸੇ ਵੀ ਯਤਨ ਕਰਨ ਨਾਲ ਹਰ ਹਰ ਜਸ ਸੁਨਹੁ ਸ਼ਰਵਨ, ਹਰੀ ਪ੍ਰਮਾਤਮਾ ਦਾ ਜਸ ਸਰਵਣ ਕਰਿਆ ਕਰ, ਜਿੱਦਾਂ ਕਿੱਦਾਂ ਵੀ ਹੋ ਸਕੇ। ਭਾਵੇਂ ਔਖਾ ਵੀ ਹੋਣਾ ਪਵੇ, ਸਰੀਰ ਨੂੰ ਭਾਵੇਂ ਦੁੱਖ ਵੀ ਦੇਣਾ ਪਵੇ, ਤਾਂ ਵੀ ਪ੍ਰਮਾਤਮਾ ਦਾ ਜਸ ਸੁਣਿਆ ਕਰ। ਤਾਂ ਵੀ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਨੂੰ ਧਾਰਨ ਕਰਕੇ ਪ੍ਰਮਾਤਮਾ ਦਾ ਜਸ, ਵਾਹਿਗੁਰੂ ਦੀਆਂ ਕਥਾ ਕਹਾਣੀਆਂ ਨੂੰ ਸੁਣਿਆ ਕਰ। ਸੁਨ ਸ਼ਰਵਨ ਬਾਣੀ ਪੁਰਖ ਗਿਆਨੀ, ਕਿਉਂਕਿ ਜੇ ਪ੍ਰਮਾਤਮਾ ਦੀ ਨਾਮ ਬਾਣੀ ਸੁਣੇਗਾ ਪੁਰਖ ਗਿਆਨੀ, ਫਿਰ ਪ੍ਰਸ਼ਾਰਤ ਕਰਨ ਵਾਲਾ ਗਿਆਨਵਾਨ ਬਣ ਜਾਵੇਗਾ, ਤੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ। ਸਾਧ ਸੰਗਤ ਜੀ, ਪਰ ਸਾਡਾ ਸੁਭਾਅ ਬਣ ਚੁੱਕਾ ਹੈ ਸੰਸਾਰ ਭਰ ਦੀਆਂ ਗੱਲਾਂ ਬਾਤਾਂ ਭਾਵੇਂ ਸਾਰਾ ਦਿਨ ਸੁਣਦੇ ਰਹੀਏ, ਨਿੰਦਿਆ ਚੁਗਲੇ, ਪਰ ਪਰਮੇਸ਼ਰ ਦਾ ਜਸ ਜੇ ਕਿਤੇ ਥੋੜਾ ਸਮਾਂ ਸੁਣਨਾ ਪੈ ਜਾਵੇ ਬੜਾ ਔਖਾ ਲੱਗਦਾ, ਬੜਾ ਡਾਢਾ ਲੱਗਦਾ। ਸਾਰੀ ਰਾਤ ਭਾਵੇਂ ਗੱਲਾਂ ਕੋਈ ਕਰਦਾ ਰਵੇ, ਸਾਡੇ ਕੋਲ ਕਿਸੇ ਦੀ ਨਿੰਦਿਆ ਹੈ ਚੰਗੀ ਤਰ੍ਹਾਂ ਭੰਡੀ ਕਰਦਾ ਰਵੇ, ਉਹ ਸੁਣਨੋਂ ਕੰਨ ਨਹੀਂ ਕਦੇ ਵੀ ਰੱਜਦੇ, ਨਾ ਕਦੇ ਸਰੀਰ ਅੱਕਦਾ, ਨਾ ਕਦੇ ਨੀਂਦ ਆਉਂਦੀ ਹੈ, ਕੋਈ ਅੱਕਦਾ ਨਹੀਂ, ਥੱਕਦਾ ਨਹੀਂ। ਪਰ ਜੇ ਥੋੜਾ ਸਮਾਂ ਵੀ ਉੱਤੇ ਹੋ ਜਾਵੇ ਨਾ ਨੀਂਦ ਸਮੇਂ ਤੋਂ, ਫਿਰ ਪਰ ਧਿਆਨ ਹਰ ਸਮੇਂ ਸੂਈ ਵੱਲ ਹੀ ਹੁੰਦਾ ਕਿ ਕਿਹੜਾ ਸਮਾਂ ਹੋਵੇ ਬਾਬਾ ਹੁਣ ਅਰਦਾਸ ਕਰ ਦੇਵੇ, ਛੇਤੀ ਸਮਾਪਤੀ ਕਰ ਦੇਵੇ। ਇਦਾਂ ਦੇ ਸਾਡੇ ਸੁਭਾਅ ਬਣ ਚੁੱਕੇ ਹੈ। ਤੇ ਕਈ ਵਾਰ ਗੁਰੂ ਘਰਾਂ ਦੇ ਵਿੱਚ ਜਿਹੜਾ ਨਿਤਨੇਮ ਹੁੰਦਾ ਗੁਰਬਾਣੀ ਦਾ, ਸਾਧ ਸੰਗਤ ਜੀ, ਉਹਦੇ ਤੋਂ ਵੀ ਸਾਨੂੰ ਬੜੀ ਤੰਗੀ ਹੁੰਦੀ, ਬੜੇ ਪਰੇਸ਼ਾਨੀ ਹੁੰਦੀ ਹੈ ਕਿ ਬਾਬਾ ਤੇ ਸਾਨੂੰ ਸੌਣੇ ਨਹੀਂ ਦਿੰਦਾ, ਇਸ ਵਾਸਤੇ ਸਪੀਕਰ ਲਾ ਦਿੰਦਾ। ਇਦਾਂ ਹੀ ਹੁੰਦਾ ਨਾ ਪਿੰਡਾਂ ਵਿੱਚ, ਆਪ ਨੂੰ ਪਤਾ ਹੀ ਹੈ, ਕੋਈ ਲੁਕੀ ਛਿਪੀ ਵਾਲੀ ਕੋਈ ਗੱਲ ਨਹੀਂ ਹੈ। ਸਾਡੇ ਹਾਲਾਤ ਇਦਾਂ ਦੇ ਅੱਜ ਬਣ ਚੁੱਕੇ ਹੈ। ਜੇ ਨਿਤਨੇਮ ਗੁਰਬਾਣੀ ਦਾ ਪਾਠ ਕਰਦਾ ਗ੍ਰੰਥੀ ਸਿੰਘ, ਵਜ਼ੀਰ ਸਿੰਘ ਅੰਮ੍ਰਿਤ ਵੇਲੇ ਸਪੀਕਰ ਲਾ ਕੇ, ਉਹਦੇ ਤੋਂ ਵੀ ਸਾਨੂੰ ਅਲਰਜੀ ਹੁੰਦੀ ਹੈ। ਪਰ ਸਾਰੀ ਰਾਤ ਡੀਜੇ ਲਾ ਕੇ ਭੰਗੜਾ ਪਾਉਣਾ, ਸਾਧ ਸੰਗਤ ਜੀ ਕਿੰਨੀ ਕਿੰਨੀ ਉੱਚੀ ਆਵਾਜ਼ ਕੰਨਾਂ ਵਿੱਚ ਪੈਣੀ, ਉਹ ਤੋਂ ਨਹੀਂ ਸਾਨੂੰ ਕੁਝ ਹੁੰਦਾ। ਉਹ ਭਾਵੇਂ ਸਾਰੀ ਰਾਤ ਲੱਗੇ ਰਹੀ, ਉਹ ਤੋਂ ਆਪਾਂ ਨਾ ਤਾਂ ਥੱਕਦੇ ਆ ਤੇ ਨਾ ਹੀ ਸਾਡੇ ਕੰਨ ਕਹਿੰਦੇ ਕਿ ਸਾਨੂੰ ਨਾ ਸੁਣਾਓ, ਨਾ ਹੀ ਕਦੇ ਨੀਂਦ ਆਉਂਦੀ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਇਹਨਾਂ ਕੰਨਾਂ ਦੇ ਨਾਲ ਪ੍ਰਮਾਤਮਾ ਦਾ ਜਸ ਸੁਣਿਆ ਕਰ, ਤਾਂ ਹੀ ਤੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ, ਤਾਂ ਹੀ ਕੋਈ ਅਕਲ ਆਵੇਗੀ, ਤਾਂ ਹੀ ਕੋਈ ਸੋਝੀ ਆਵੇਗੀ ਕਿ ਕਿਵੇਂ ਪ੍ਰਮਾਤਮਾ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਕਿਵੇਂ ਜੀਵਨ ਜੁਗਤੀ ਦੀ ਦਾਤ ਪ੍ਰਾਪਤ ਹੋਵੇਗੀ। ਮਨ ਨਿਧਾਨਾ ਪਾਵਹੇ, ਹੇ ਮਨਾ ਤੂੰ ਨੌ ਨਿਧੀਆਂ ਦੇ ਖਜ਼ਾਨੇ ਪਰਮੇਸ਼ਰ ਨੂੰ ਪਾ ਲਵੇਂਗਾ ਜੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਜਸ ਸੁਣਦਾ ਹੈ। ਹਰ ਰੰਗ ਰਾਤੇ ਪ੍ਰਭ ਵਿਧਾਤੇ, ਜੋ ਫਲ ਬਰ ਦਾਤਾ ਪ੍ਰਭੂ ਪਰਮੇਸ਼ਰ ਹੈ, ਜੋ ਉਸ ਵਾਹਿਗੁਰੂ ਦੇ ਰੰਗ ਪ੍ਰੇਮ ਰੰਗ ਦੇ ਵਿੱਚ ਰੰਗੇ ਹਨ। ਰਾਮ ਕੇ ਗੁਣ ਗਾਵਹੇ, ਉਹ ਕੇਵਲ ਪ੍ਰਮਾਤਮਾ ਦੇ ਗੁਣ ਹੀ ਗਾਉਂਦੇ ਆ, ਲੋਕਾਂ ਦੀ ਖੁਸ਼ਾਮਦ ਨਹੀਂ ਕਰਦੇ, ਉਹ ਸੰਸਾਰ ਦੇ ਲੋਕਾਂ ਦੀ ਸੋਭਾ ਨਹੀਂ ਕਰਦੇ, ਕੇਵਲ ਪ੍ਰਮਾਤਮਾ ਦੀ ਸੋਭਾ ਗਾਉਂਦੇ ਆ। ਮੇਰੇ ਲਾਲਨ ਕੀ ਸੋਭਾ ਸਭ ਨਵ ਤਨ ਮਨ ਰੰਗੀ ਸੋਭਾ,
ਕਿ ਮਹਾਰਾਜ ਤੁਹਾਡੀ ਸੋਭਾ ਜੈਸੀ ਕਿਸੇ ਦੀ ਸੋਭਾ ਨਹੀਂ ਹੈ। ਵਾਹਿਗੁਰੂ ਦਾ ਹੀ ਹਰ ਸਮੇਂ ਜਸ ਗਾਉਂਦੇ ਹਨ। ਬਸੁੱਧ ਕਾਗਦ ਬਨ ਰਾਜ ਕਲਮਾ। ਬਸੁੱਧ ਪਾਠ ਨਹੀਂ ਕਰਨਾ, ਬਸੁੱਧ। ਫਿਰ ਪੜੋ ਪੰਕਤੀ। ਬਸੁੱਧ ਕਾਗਦ ਬਨ ਰਾਜ ਕਲਮਾ। ਬਸੁੱਧ ਕਾਗਦ ਬਨ ਰਾਜ ਕਲਮਾ। ਬਸੁੱਧ ਨਾਮ ਧਰਤੀ ਦਾ ਹੈ। ਪਰਮਾਤਮਾ ਦੇ ਬੇਅੰਤ ਗੁਣ ਮਹਾਰਾਜ ਕਹਿੰਦੇ ਕੋਈ ਅੰਤ ਨਹੀਂ ਪਾ ਸਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਸੁੱਧ ਕਾਗਦ ਬਨ ਰਾਜ ਕਲਮਾ। ਬਸੁੱਧ ਜਿਹੜੀ ਧਰਤੀ ਹੈ ਇਹਨੂੰ ਭਾਵੇਂ ਕਾਗਜ਼ ਰੂ ਬਣਾ ਦੇਣਾ ਕਰ। ਬਨ ਰਾਜ ਜਿਹੜਾ ਜੰਗਲ ਹੈ, ਭਾਵ 18 ਭਾਰ ਬਨਸਪਤ ਹੈ, ਇਹਨੂੰ ਕਲਮਰੂ ਬਣਾ ਦੇਣਾ ਕਰ। ਲਿਖਣ ਕੋ ਜੇ ਹੋਏ ਪਵਨ। ਤੇ ਲਿਖਣ ਦੇ ਵਾਸਤੇ ਭਾਵੇਂ ਪੌਣ ਹੋ ਜਾਵੇ, ਪਵਨ ਬਣ ਜਾਵੇ। ਜਿਵੇਂ ਮਹਾਰਾਜ ਕਹਿੰਦੇ ਨੇ ਗੁਰਬਾਣੀ ਅੰਦਰ 7 ਸਮੁੰਦਰ ਹੈ, ਉਹਨਾਂ ਦੀ ਭਾਵੇਂ ਸਿਆਹੀ ਬਣਾ ਲੈ। ਇਹ ਸੰਸਾਰ ਰੂਪੀ ਸਾਰਾ ਸਮੁੰਦਰ ਹੈ, ਸਾਰੇ ਜੀਵਾਂ ਰੂਪ ਸਮੁੰਦਰ ਦੇ ਪਾਣੀ ਦੀ ਭਾਵੇਂ ਸਿਆਹੀ ਬਣਾ ਦੇਣਾ ਕਰ। ਔਰ ਲਿਖਣ ਦੇ ਵਾਸਤੇ ਭਾਵੇਂ ਕਹਿੰਦੇ ਪੌਣ ਇੰਨੀ ਤੇਜ਼ੀ ਦੇ ਨਾਲ ਚੱਲਣ ਵਾਲੀ ਕਲਮ ਬਣ ਜਾਵੇ। ਬੇਅੰਤ ਅੰਤ ਨਾ ਜਾਏ ਪਾਇਆ। ਪਰ ਫਿਰ ਵੀ ਪ੍ਰਮਾਤਮਾ ਤੁਹਾਡੇ ਗੁਣ ਜਿਹੜੇ ਬੇਅੰਤ ਹੈ ਨਾ, ਅੰਤ ਨਾ ਜਾਹੀ ਪਾਇਆ। ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਐਸੇ ਬੇਅੰਤ ਮਹਾਰਾਜ ਤੁਹਾਡੇ ਗੁਣ ਹਨ। ਗਹੀ ਨਾਨਕ ਚਰਨ ਸਰਨ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹੈ। ਮਹਾਰਾਜ ਤੁਹਾਡੀ ਸ਼ਰਨ ਅਸੀਂ ਗ੍ਰਹਿਣ ਕੀਤੀ ਹੈ। ਤੁਹਾਡੇ ਚਰਨਾਂ ਦਾ ਆਸਰਾ ਮਨ ਬਾਣੀ ਸਰੀਰ ਕਰਕੇ ਲਿਆ ਹੈ। ਤੁਹਾਡੇ ਗੁਣਾਂ ਦਾ ਅੰਤ ਤਾਂ ਨਹੀਂ ਪਾ ਸਕਦੇ, ਪਰ ਗੁਣ ਗਾ ਕੇ ਮਹਾਰਾਜ ਆਨੰਦ ਜ਼ਰੂਰ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਮੱਛੀ ਪਾਣੀ ਵਿੱਚ ਲੰਬੀ ਤੋਂ ਲੰਬੀ ਟੁੱਬੀ ਲਗਾ ਕੇ ਆਨੰਦ ਤਾਂ ਮਾਣ ਸਕਦੀ ਹੈ ਸਮੁੰਦਰ ਦੇ ਪਾਣੀ ਦਾ, ਪਰ ਅੰਤ ਨਹੀਂ ਪਾ ਸਕਦੀ। ਪੰਛੀ ਆਕਾਸ਼ ਵਿੱਚ ਉੱਚੀ ਤੋਂ ਉੱਚੀ ਉਡਾਰੀ ਮਾਰ ਕਰਕੇ ਆਨੰਦ ਪ੍ਰਾਪਤ ਕਰ ਸਕਦਾ ਹੈ, ਪਰ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਤਿਵੇਂ ਮਹਾਰਾਜ ਆਪ ਜੀ ਦੀ ਗੁਣ ਗਾ ਗਾ ਕਰਕੇ ਹਿਰਦੇ ਅੰਦਰ ਆਨੰਦ ਤਾਂ ਪ੍ਰਾਪਤ ਕਰ ਸਕਦੇ ਹਾਂ, ਪਰ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਬੇਅੰਤ ਮਹਾਰਾਜ ਜੀ ਆਪ ਜੀ ਦੇ ਗੁਣ ਹਨ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ